ਤੇ ਹੁਣ ਗੱਲ ਕਰਾਂਗੇ ਪੈਸੇ ਬਾਰੇ ਪੈਸੇ ਦੇ ਇਤਿਹਾਸ ਬਾਰੇ ਕਿ ਪੈਸੇ ਦਾ ਐਵੋਲਿਊਸ਼ਨ ਕਿਵੇਂ ਹੋਇਆ। ਮੇਰੇ ਨਾਲ ਇਸ ਵੇਲੇ ਸਟੂਡੀਓ ਦੇ ਵਿੱਚ ਹਨ ਡਾਕਟਰ ਪ੍ਰੋਫੈਸਰ ਅਮਰਜੀਤ ਭੁੱਲਰ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸੋ ਗੱਲ ਕੋਇਨ ਦਾ ਟੌਸ ਕਰਕੇ ਸ਼ੁਰੂ ਕਰੀਏ ਕਿ ਪਹਿਲਾ ਸਵਾਲ ਵੈਸੇ ਹੀ ਪੁੱਛ ਲਵਾਂ ਸਾਰੀ ਮਰਜ਼ੀ ਕਰ ਲਓ। ਅੱਛਾ ਡਾਕਟਰ ਸਾਹਿਬ, ਜਦੋਂ ਇਹ ਸਾਰੀ ਗੱਲਬਾਤ ਸ਼ੁਰੂ ਹੋਈ, ਕਿਉਂਕਿ ਪੈਸੇ ਦਾ ਆਦਾਨ ਪ੍ਰਦਾਨ ਬੜਾ ਜ਼ਰੂਰੀ ਹੈ। ਪੈਸਾ ਕਿਸੇ ਚੀਜ਼ ਦੀ ਵੈਲਿਊ ਨੂੰ ਨਿਰਧਾਰਿਤ ਕਰਨ ਵਾਸਤੇ ਸਾਨੂੰ ਦੱਸਦਾ ਵੀ ਕਿਸੇ ਚੀਜ਼ ਦਾ ਕਿੰਨਾ ਮੁੱਲ ਦੇਣਾ, ਮੀਡੀਅਮ ਆਫ ਐਕਸਚੇਂਜ ਬਣਿਆ। ਪਰ ਸ਼ੁਰੂ ਤੋਂ ਇਹ ਜਿਹੜੀ ਮੀਡੀਅਮ ਆਫ ਐਕਸਚੇਂਜ ਵਾਲੀ ਜਿਹੜੀ ਇਹ ਗੱਲ ਸੀ, ਇਹ ਸਿਰਫ ਪੈਸਾ ਨਹੀਂ ਸੀ। ਪਹਿਲਾਂ ਬਾਰਟਰ ਸਿਸਟਮ ਤੋਂ ਗੱਲ ਸ਼ੁਰੂ ਹੁੰਦੀ ਆ ਅਤੇ ਉੱਥੋਂ ਮੇਰੇ ਖਿਆਲ ਗੱਲ ਆਪਾਂ ਜੇ ਸ਼ੁਰੂ ਕਰੀਏ ਕਿ ਉੱਥੋਂ ਲੈ ਕੇ ਪੈਸਿਆਂ ਤੱਕ, ਬਾਰਟਰ ਤੋਂ ਬਿਟਕੋਇਨ ਤੱਕ ਦਾ ਸਫ਼ਰ ਹੈ, ਇਹਦੇ ਵੱਖੋ ਵੱਖਰੇ ਪੜਾਅ ਕੀ ਰਹੇ? ਦੇਖੋ ਵਿਜੇ, ਜਦੋਂ ਸੁਸਾਇਟੀਜ਼ ਇਵਾਲਵ ਹੋਈਆਂ ਜੀ ਤਾਂ ਉਹਨਾਂ ਨੇ ਜਿਹੜੀਆਂ ਕਮੋਡਿਟੀ ਸੀ, ਜਿਹੜੀਆਂ ਚੀਜ਼ਾਂ ਵਸਤਾਂ ਸੀ, ਐਕਸਚੇਂਜ ਕਰਨੀਆਂ ਸ਼ੁਰੂ ਕੀਤੀਆਂ। ਜੀ ਤਾਂ ਪਹਿਲਾਂ ਕੋਈ ਪੈਸਾ ਤਾਂ ਹੈ ਨਹੀਂ ਸੀਗਾ ਜਿਹਦੇ ਨਾਲ ਐਕਸਚੇਂਜ ਕਰਦੇ। ਹੁਣ ਆਪਾਂ ਪੈਸਾ ਚੀਜ਼ ਵੇਚ ਦਿੰਦੇ ਹਾਂ, ਪੈਸਾ ਲੈ ਲੈਂਦੇ ਹਾਂ, ਉਹਦੇ ਨਾਲ ਕੋਈ ਹੋਰ ਚੀਜ਼ ਖਰੀਦ ਲੈਂਦੇ ਹਾਂ। ਜੀ ਸੋ ਪੈਸਾ ਤਾਂ ਇੱਕ ਮੀਡੀਅਮ ਹੈ, ਜਾਂ ਇਹ ਸਟੋਰ ਆਫ ਵੈਲਿਊ ਹੈ ਵੀ ਸਾਡੇ ਕੋਲ 10,000 ਰੁਪਇਆ ਡਾਲਰ ਆ, ਅਸੀਂ ਜੇਬ ਦੇ ਵਿੱਚ ਪਾਇਆ, ਅੱਜ ਖਰਚ ਲਈਏ, ਚਾਹੇ ਇਸ ਨੂੰ 1 ਮਹੀਨੇ ਬਾਅਦ ਖਰਚ ਲਈਏ, ਚਾਹੇ ਸਾਲ ਬਾਅਦ ਖਰਚ ਲਈਏ, ਜੀ ਉਹ ਵੈਲਿਊ ਸਟੋਰ ਹੋਈ ਪਈ ਹੈ ਉਹਦੇ ਵਿੱਚ। ਜੀ ਸੋ ਇਹ ਜਦੋਂ ਲੋੜ ਪਈ ਕਮੋਡਿਟੀ ਐਕਸਚੇਂਜ ਦੀ, ਤਾਂ ਪਹਿਲਾਂ ਕੀ ਸੀ ਵੀ ਛੋਟੀਆਂ ਕਮਿਊਨਿਟੀਜ਼ ਸੀ, ਪਿੰਡ ਸੀ, ਕੋਈ ਵੱਡੇ ਇਸ ਤਰ੍ਹਾਂ ਦੇ ਕਮਿਊਨੀਕੇਸ਼ਨ ਜਾਂ ਟਰਾਂਸਪੋਰਟ ਦੇ ਸਾਧਨ ਨਹੀਂ ਸੀ, ਵਿੱਚੇ ਵਿੱਚ ਹੀ ਐਕਸਚੇਂਜ ਹੁੰਦੀ ਸੀ। ਤਾਂ ਉਸ ਵੇਲੇ ਕੀ ਹੈ, ਜਿਹੜਾ ਬਾਰਟਰ ਸਿਸਟਮ ਸ਼ੁਰੂ ਹੋਇਆ। ਜਿਵੇਂ ਇੱਕ ਕਿਸਾਨ ਹੈ ਜੀ, ਉਹਨੇ 1 ਕੁਆਂਟਲ ਕਣਕ ਦਿੱਤੀ ਅਤੇ ਉਹਨੇ ਉਸ ਦੇ ਜੁੱਤੀਆਂ ਲੈ ਲਈਆਂ, ਜਿਹੜੀਆਂ ਕਿਸੇ ਮੋਚੀ ਤੋਂ ਜਾਂ ਜੁੱਤੀਆਂ ਬਣਾਉਣ ਵਾਲੇ ਤੋਂ, ਤਾਂ ਉਹ ਐਕਸਚੇਂਜ ਸੀ। ਇਸੇ ਤਰ੍ਹਾਂ ਜਿਹੜਾ ਮੋਚੀ ਸੀ, ਉਹਨੇ ਕਣਕ ਲੈ ਲਈ, ਉਸ ਨੂੰ ਕਣਕ ਚਾਹੀਦੀ ਸੀਗੀ। ਸੋ ਇਸ ਨੂੰ ਬਾਰਟਰ ਸਿਸਟਮ ਕਿਹਾ ਜਾਂਦਾ ਸੀ। ਬਾਰਟਰ ਸਿਸਟਮ ਦੇ ਵਿੱਚ ਇੱਕ ਪ੍ਰੋਬਲਮ ਬੜੀ ਵੱਡੀ ਸੀ ਵੀ ਡਬਲ ਕੋਇਨਸੀਡੈਂਸ ਕਹਿੰਦੇ ਆ ਜਿਹਨੂੰ ਚਾਹੀਦਾ ਸੀ। ਵੀ ਕਿਸਾਨ ਨੇ ਕਣਕ ਦੇਣੀ ਹੈ ਅਤੇ ਉਹਨੇ ਜੁੱਤੀ ਲੈਣੀ ਹੈ। ਜਿੰਨਾ ਚਿਰ ਇਹ ਇੰਸੀਡੈਂਸ ਨਹੀਂ ਸੀ, ਡਬਲ ਕੋਇਨਸੀਡੈਂਸ ਨਹੀਂ ਸੀ, ਉਹਨਾਂ ਚਿਰ ਸੀ ਜਿਹੜਾ ਇਹਦੇ ਐਕਸਚੇਂਜ ਆ ਜਿਹੜੀ ਇਹ ਨਹੀਂ ਹੁੰਦੀ ਸੀ। ਦੋਨੋਂ ਪਾਸੇ ਉਹ ਜਿਹੜੀ ਆਈਟਮ ਦੂਜੇ ਵਿਅਕਤੀ ਕੋਲ ਆ, ਉਹਦੀ ਡਿਮਾਂਡ ਦੂਜੇ ਪਾਸੇ ਹੋਊਗੀ ਤਾਂ ਹੀ ਉਹ ਐਕਸਚੇਂਜ ਹੋਊਗਾ। ਹਾਂ ਬਿਲਕੁਲ, ਇਸੇ ਕਰਕੇ ਸੀ ਵੀ ਕਈ ਵਾਰੀ ਬਹੁਤ ਵੱਡੇ ਸਟੋਰ ਹੋ ਜਾਂਦੇ ਸੀ, ਖਰਾਬ ਹੋ ਜਾਂਦੇ ਸੀ, ਇੱਕ ਚੀਜ਼ ਬਣ ਜਾਂਦੀ ਸੀ। ਸੋ ਬਾਰਟਰ ਸਿਸਟਮ ਜਿਹੜਾ ਇਹ ਚੱਲਦਾ ਰਿਹਾ ਕਾਫੀ ਲੰਬਾ ਸਮਾਂ। ਉਸ ਤੋਂ ਬਾਅਦ ਜਿਹੜਾ ਬਾਰਟਰ ਸਿਸਟਮ ਦੇ ਵਿੱਚ ਜਿਹੜੇ ਇੰਡੀਆ ਅਤੇ ਚਾਈਨਾ ਦੇ ਵਿੱਚ ਜਿਹੜਾ ਸਭ ਤੋਂ ਪਹਿਲਾਂ ਬਾਰਟਰ ਸਿਸਟਮ ਖਤਮ ਹੋਣ ਤੋਂ ਬਾਅਦ 'ਚ ਆਇਆ। ਅੱਛਾ ਜੀ। ਵੀ ਉਹ ਅੱਜ ਕੱਲ੍ਹ ਆਪਾਂ ਗੱਲ ਕਰਦੇ ਨਾ ਵੀ ਕੌਡੀਆਂ ਦੇ ਭਾਅ। ਹਾਂਜੀ। ਤਾਂ ਪਹਿਲਾਂ ਕੌਡੀਆਂ ਅਤੇ ਸਿੱਪੀਆਂ ਸੀ ਜਿਹੜੀਆਂ, ਅਤੇ ਸ਼ੰਖ ਸੀ, ਇਹਨਾਂ ਨੂੰ ਵੈਲਿਊ ਦਿੱਤੀ ਗਈ। ਅੱਛਾ ਜੀ। ਇਹ ਇੰਡੀਆ ਅਤੇ ਚਾਈਨਾ ਦੇ ਵਿੱਚ ਹੋਇਆ ਸੀਗਾ। ਸੋ ਇਸ ਕਰਕੇ ਇਹ ਅਫਰੀਕਾ ਦੇ ਵਿੱਚ ਵੀ ਕੁਛ ਹੱਦ ਤੱਕ ਸੀਗਾ ਵੀ ਇਹ ਜਿਹੜਾ ਕੌਡੀਆਂ, ਸਿੱਪੀਆਂ ਅਤੇ ਸ਼ੰਖ ਸੀਗੇ, ਜਿਹੜੇ ਇਹਨਾਂ ਦੇ ਵੈਲਿਊ ਪਾ ਕੇ ਇਹਨਾਂ ਦੀ ਡੈਕੋਰੇਸ਼ਨ ਕੀਤੀ ਜਾਂਦੀ ਸੀ। ਅੱਛਾ ਜੀ। ਅਤੇ ਉਹਦੀ ਵੈਲਿਊ ਪੈਂਦੀ ਸੀਗੀ ਅਤੇ ਉਸ ਦੇ ਬਦਲੇ ਇਹ ਚੀਜ਼ ਲਈ ਜਾਂਦੀ ਸੀ। ਸੋ ਕੌਡੀਆਂ, ਸ਼ੰਖ, ਸਿੱਪੀਆਂ ਜਿਹੜੀਆਂ ਸੀਗੀਆਂ, ਇਹ ਪਹਿਲਾ ਜਿਹੜਾ ਸੀਗਾ ਬਾਰਟਰ ਸਿਸਟਮ ਤੋਂ ਬਾਅਦ ਦਾ ਇਹ ਇੱਕ ਪੜਾਅ ਸੀ। ਜੇ ਗੱਲ ਮੈਂ ਗਲਤ ਨਾ ਹੋਵਾਂ ਵੀ ਇੱਕ ਕਹਿੰਦੇ ਸੀ ਵੀ ਮਨੀ ਕੀ ਚੀਜ਼ ਹੈ, ਕਹਿੰਦੇ ਕੋਈ ਵੀ ਉਹ ਚੀਜ਼ ਜਿਹੜੀ ਐਕਸੈਪਟਿਡ ਮੀਡੀਅਮ ਹੋ ਜਾਵੇ ਆਫ ਪੇਮੈਂਟ, ਉਹ ਜ਼ਰੂਰੀ ਨਹੀਂ ਕਿ ਉਹ ਜਿਹੜੀ ਤੁਸੀਂ ਗੱਲ ਕੀਤੀ ਵੀ ਇਹ ਕੌਡੀਆਂ ਅਤੇ ਸ਼ੰਖ ਸੀਗੇ, ਜੇ ਉਹ ਐਕਸੈਪਟਿਡ ਮੋਡ ਸੀਗਾ ਕਿ ਜਿਹਨੂੰ ਤੁਸੀਂ ਅਦਾਇਗੀ ਦੇ ਤੌਰ 'ਤੇ, ਪੇਮੈਂਟ ਦੇ ਤੌਰ 'ਤੇ ਸ਼ੰਖ ਦੇ ਰਹੇ ਹੋ, ਕੌਡੀਆਂ ਦੇ ਰਹੇ ਹੋ, ਜੇ ਉਹਨੂੰ ਉਹ ਐਕਸੈਪਟ ਕਰ ਲੈਂਦਾ ਤਾਂ ਉਹ ਵੀ ਮਨੀ ਸੀ ਆਪਣੇ ਆਪ ਦੇ ਵਿੱਚ। ਉਸ ਵੇਲੇ ਕੋਈ ਸਟੇਟ ਨਹੀਂ ਸੀ ਜਿਹਦੇ ਕਰਕੇ ਲੀਗਲ ਟੈਂਡਰ ਹੋਵੇ ਜਾਂ ਲੀਗਲ ਡੀਕਰੀ ਹੋਵੇ। ਰਾਈਟ। ਉਸ ਵੇਲੇ ਕਬੀਲੇ ਸੀਗੇ, ਉਸ ਤਰ੍ਹਾਂ ਦੀ ਸਟੇਟ ਇਸ ਤਰ੍ਹਾਂ ਤਾਂ ਹੈ ਨਹੀਂ ਸੀ ਵੀ ਆਰਗੇਨਾਈਜ਼ਡ ਸਟੇਟ ਸੀ ਜਿਹਦੇ ਵਿੱਚ ਮੋਨਟਰੀ ਪਾਲਿਸੀ ਜਾਂ ਮਨੀ ਦਾ ਇੱਕ ਸਿਸਟਮ ਸੀਗਾ। ਸਰਟਨਲੀ। ਸੋ ਉਸ ਵੇਲੇ ਬਿਲਕੁਲ ਇਹੀ ਹੁੰਦਾ ਸੀਗਾ ਵੀ ਕਬੀਲੇ ਹੀ ਡਿਟਰਮਿਨ ਕਰਦੇ ਸੀਗੇ ਵੀ ਕਿਹੜੀ ਚੀਜ਼ ਹੈ, ਇਹਦਾ ਇਸ ਨੂੰ ਅਸੀਂ, ਕਿਉਂਕਿ ਸੋਹਣੀਆਂ ਲੱਗਦੀਆਂ ਸੀ ਸਿੱਪੀਆਂ ਡੈਕੋਰੇਟ ਕੀਤੀਆਂ, ਸੋ ਉਹਨਾਂ ਦਾ ਮੁੱਲ ਪਾਇਆ ਜਾਂਦਾ ਸੀ। ਸੋ ਜਦੋਂ ਸਿੱਪੀਆਂ 'ਤੇ ਜਾਂ ਸ਼ੰਖ 'ਤੇ ਆ ਗਏ, ਜਿਹੜਾ ਡਬਲ ਕੋਇਨਸੀਡੈਂਸ ਵਾਲੀ ਗੱਲ ਸੀ, ਉਹ ਫਿਰ ਬਾਰਟਰ ਸਿਸਟਮ ਵਾਲੀ ਐਟਲੀਸਟ ਉਹਨੂੰ ਕਿਸੇ ਹੱਦ ਤੱਕ ਉਹਨੂੰ ਐਡਰੈਸ ਹੋ ਗਈ ਉਹ ਪ੍ਰੋਬਲਮ। ਨਹੀਂ, ਸਾਰੀ ਐਡਰੈਸ ਨਹੀਂ ਹੋਈ, ਉਹਨੂੰ ਰਿਪਲੇਸ ਕੀਤਾ ਗਿਆ ਕੁਛ ਹੱਦ ਤੱਕ। ਰਾਈਟ। ਉਸ ਤੋਂ ਬਾਅਦ ਦੇ ਵਿੱਚ ਇਜਿਪਟ ਦੇ ਵਿੱਚ ਜਿਹੜਾ ਸੀ ਅਤੇ ਮੈਸੋਪੋਟਾਮੀਆ ਦੇ ਵਿੱਚ ਜਿਹੜਾ ਪਹਿਲਾ ਗੋਲਡ ਬਾਰਜ਼ ਆਏ। ਅੱਛਾ ਜੀ। ਹਾਂ, ਗੋਲਡ ਬਾਰਜ਼ ਆਏ ਵੀ ਗੋਲਡ ਬਾਰਜ਼ ਬਣਾ ਲਓ ਅਤੇ ਉਹਨਾਂ ਦੇ ਨਾਲ ਜਿਹੜੀ ਹੈਗੀ ਐਕਸਚੇਂਜ ਕੀਤੀ ਜਾਵੇ। ਸੋ ਇਹ ਪਹਿਲੀ ਪੋਰਟੇਬਲ ਕਰੰਸੀ ਸੀ ਜਿਹੜੀ ਇੱਕ ਥਾਂ ਤੋਂ ਦੂਜੇ ਥਾਂ 'ਤੇ ਲਿਜਾਈ ਜਾ ਸਕਦੀ ਸੀ, ਕਿਉਂਕਿ ਗੋਲਡ ਦੀ ਵੈਲਿਊ ਬਹੁਤ ਜ਼ਿਆਦਾ ਹੁੰਦੀ ਸੀ। ਸੋ ਉਸ ਕਰਕੇ ਤੁਸੀਂ ਇੱਕ ਥਾਂ ਤੋਂ ਦੂਜੇ ਥਾਂ ਦੇ ਉੱਤੇ ਵੀ ਇਸ ਨੂੰ ਲਿਜਾ ਸਕਦੇ ਸੀਗੇ। ਅਤੇ ਉਸ ਤੋਂ ਬਾਅਦ 2500 BC ਦੇ ਵਿੱਚ ਜਿਹੜਾ ਸੀਰੀਆ ਦੇ ਵਿੱਚ ਐਬਲਾ ਨਾਂ ਹੈ, ਉੱਥੇ ਇਹ ਜਿਹੜੇ ਸੀਗੇ ਗੋਲਡ ਰਿੰਗਸ ਬਣਾਏ ਗਏ। ਅੱਛਾ ਜੀ। ਜਿਹੜੇ ਐਕਸਚੇਂਜ ਲਈ ਸੀ ਵੀ ਇੱਕ ਰਿੰਗ, ਜੋ ਕੜੇ ਬਣਾਏ ਗਏ ਗੋਲਡ ਦੇ। ਅੱਛਾ ਜੀ। ਵੀ ਕੜਾ ਇੱਕ ਦਿੱਤਾ ਜਾਂਦਾ, ਉਹਦੇ ਬਦਲੇ ਕਮਾਟੀਜ਼ ਲੈ ਕੇ ਜਾਂਦੀਆਂ, ਉਹ ਕੜੇ ਵਾਲਾ ਫਿਰ ਉਹ ਕਿਤੇ ਹੋਰ ਕੜਾ ਦੇ ਦਿੰਦਾ ਹੈਗਾ, ਉਸ ਦੇ ਨਾਲ ਹੋਰ ਜਿਹੜੀ ਚੀਜ਼ ਚਾਹੀਦੀ ਉਹ ਲੈ ਲੈਂਦਾ। ਰਾਈਟ। ਸੋ ਜਿਹੜੇ ਗੋਲਡ ਬਾਰਜ਼ ਅਤੇ ਗੋਲਡ ਰਿੰਗਸ ਸੀਗੇ ਜਿਹੜੇ,
ਇਹ 3000 BC ਤੇ 25000 BC ਦੇ ਵਿੱਚ ਇਹ ਜਿਹੜੇ ਸ਼ੁਰੂ ਹੋਏ ਹੈ, ਜਿਹੜੀ ਪੋਰਟੇਬਲ ਕਰੰਸੀ ਇੱਕ ਥਾਂ ਤੋਂ ਦੂਜੇ ਥਾਂ ਲਿਜਾਣ ਵਾਲੀ ਉਦੋਂ ਸ਼ੁਰੂ ਹੋਈ ਹੈ। ਸੋ ਉਹਦੇ ਵਿੱਚ ਜਿਹੜੇ ਪ੍ਰੈਸ਼ੀਅਸ ਮੈਟਲ ਸੀ, ਜਿਵੇਂ 골ਡ ਆ ਗਿਆ, ਉਹ ਜਿਹਦੀ ਆਲਰੇਡੀ ਵੈਲਿਊ ਬਹੁਤ ਜ਼ਿਆਦਾ ਹੁੰਦੀ ਹੈ, ਉਹ ਕਰੰਸੀ ਬਣ ਗਈਆਂ। ਹਾਂਜੀ, ਪਰ ਇਹਦੇ 'ਚ ਪ੍ਰੋਬਲਮ ਇਹ ਆਈ ਸੀ ਵੀ ਇਹਦੀ ਚੋਰੀ ਬਹੁਤ ਹੁੰਦੀ ਸੀ ਉਸ ਸਮੇਂ ਦੇ ਵਿੱਚ। ਉਸ ਸਮੇਂ ਕੋਈ ਸੇਫ ਨਹੀਂ ਸੀ, ਕੋਈ ਕੁਛ ਨਹੀਂ ਸੀ। ਰਾਈਟ। ਤਾਂ ਫਿਰ ਕੀ ਹੋਇਆ ਵੀ ਉਸ ਥਾਂ 'ਤੇ ਇਹਨਾਂ ਨੂੰ ਰੱਖਿਆ ਜਾਵੇ ਜਿੱਥੇ ਬਹੁਤ ਸੇਫਟੀ ਹੈ। ਰਾਈਟ। ਤਾਂ ਫਿਰ ਇਹ ਧਾਰਮਿਕ ਸਥਾਨਾਂ 'ਤੇ ਰੱਖੇ ਗਏ। ਅੱਛਾ ਜੀ। ਹੁਣ ਜਿਹੜੀ ਆਪਾਂ ਗੱਲ ਕਰਦੇ ਹਾਂ ਮੰਦਿਰਾਂ ਦੇ ਵਿੱਚ ਸੋਨਾ ਬਹੁਤ ਪਿਆ, ਹਾਂਜੀ ਹਾਂਜੀ, ਜਾਂ ਹੋਰ ਧਾਰਮਿਕ ਸਥਾਨਾਂ 'ਤੇ ਸੋਨਾ ਬਹੁਤ ਚੜ੍ਹਦਾ ਹੈ, ਇਹ ਪਰੰਪਰਾ ਉੱਥੇ ਸ਼ੁਰੂ ਹੋਈ ਹੈ, ਇਹ ਉੱਥੇ ਰੱਖੇ ਗਏ ਕਿਉਂਕਿ ਉੱਥੇ ਹਰ ਵੇਲੇ ਸਿਕਿਉਰਿਟੀ ਹੁੰਦੀ ਸੀ, ਹਰ ਵੇਲੇ ਲੋਕ ਉੱਥੇ ਜਾਂਦੇ ਸੀਗੇ। ਤਾਂ ਹੌਲੀ ਹੌਲੀ ਕੀ ਸੀ ਵੀ ਜਿਹੜਾ 골ਡ ਹੈ ਇਹ ਇਕੱਠਾ ਮੰਦਿਰਾਂ ਕੋਲੇ ਹੋਣਾ ਸ਼ੁਰੂ ਹੋ ਗਿਆ, ਅਤੇ ਜਿਹੜਾ ਲੋਨ ਵੀ ਦਿੱਤਾ ਜਾਂਦਾ ਸੀ ਉਸ ਵੇਲੇ ਕਰਜ਼ਾ ਸ਼ੁਰੂ ਹੋ ਗਿਆ ਸੀਗਾ, ਅਤੇ ਕਰਜ਼ਾ ਮੰਦਿਰਾਂ ਦੇ ਵਿੱਚੋਂ ਜਾਂ ਧਾਰਮਿਕ ਸਥਾਨਾਂ 'ਚੋਂ, ਮੰਦਿਰਾਂ 'ਚੋਂ ਨਹੀਂ ਕਹੀਏ ਆਪਾਂ, ਧਾਰਮਿਕ ਸਥਾਨਾਂ 'ਚੋਂ ਦਿੱਤਾ ਜਾਂਦਾ ਸੀਗਾ। ਸੋ ਉਹ ਬੇਸਿਕਲੀ ਲੈਂਡਿੰਗ ਇੰਸਟੀਟਿਊਸ਼ਨਸ ਬਣ ਗਈਆਂ। ਉਹ ਲੈਂਡਿੰਗ ਇੰਸਟੀਟਿਊਸ਼ਨਸ ਬਣ ਗਈਆਂ। ਜਿਹੜੇ ਪ੍ਰੀਸਟਲੀ ਕਲਾਸ ਸੀਗੀ ਜਿਹੜੀ, ਇਸ ਨੇ ਲੋਨਸ ਦੇਣੇ ਸ਼ੁਰੂ ਕੀਤੇ ਜੀ। ਸੋ ਇਸ ਕਰਕੇ ਜਦੋਂ ਇਹ ਪ੍ਰੋਬਲਮ ਆਈ ਤਾਂ ਫਿਰ ਇਸ ਕਿਸਮ ਦੀ ਲੋੜ ਮਹਿਸੂਸ ਕੀਤੀ ਗਈ ਵੀ ਕੋਈ ਇਸ ਤਰ੍ਹਾਂ ਦੀ ਕਰੰਸੀ ਬਣਾਈ ਜਾਵੇ ਜਿਹਦੀ ਕੋਈ ਚੋਰੀ ਵੀ ਹੋ ਜਾਏ, ਇਹਦੀ ਵੈਲਿਊ ਨਾ ਹੋਵੇ ਕੋਈ, ਇਹਦੀ ਜੀ ਉਹਦੀ ਇੰਟਰਸਟਿੰਗ ਵੈਲਿਊ ਨਾ ਹੋਵੇ ਜੀ। ਵੀ ਜਿਵੇਂ ਅੱਜ ਕੱਲ੍ਹ ਸਾਡਾ ਕੋਲ ਡਾਲਰ ਹੈ ਤਾਂ ਇੱਕ ਕਾਗਜ਼, ਜਿੰਨਾ ਚਿਰ ਲੀਗਲ ਟੈਂਡਰ ਨਹੀਂ ਬਣਿਆਗਾ, ਬਿਲਕੁਲ ਗਵਰਨਮੈਂਟ ਵੱਲੋਂ ਇਹ ਆਥੋਰਾਈਜ਼ ਨਹੀਂ ਕੀਤਾ ਗਿਆ ਗਾ। ਬੈਂਕ ਆਫ ਕੈਨੇਡਾ ਜਿਹੜਾ ਸਾਡੇ ਡਾਲਰ ਨੂੰ ਆਥੋਰਾਈਜ਼ ਕਰਦਾ ਹੈ ਜੀ, ਰਿਜ਼ਰਵ ਬੈਂਕ ਆਫ ਇੰਡੀਆ ਇੰਡੀਅਨ ਕਰੰਸੀ ਹੈ ਜਿਹੜੀ ਉਸ ਨੂੰ ਆਥੋਰਾਈਜ਼ ਕਰਦਾ ਹੈਗਾ। ਸੋ ਇੱਕ ਲੀਗਲ ਡਿਕਰੀ ਦੇ ਰਾਹੀਂ ਜਿਹੜਾ ਹੈਗਾ ਇਸ ਨੂੰ ਲੀਗਲ ਟੈਂਡਰ ਬਣਾਇਆ ਗਿਆ, ਕੋਈ ਇਸ ਨੂੰ ਨਾ ਨਹੀਂ ਕਰ ਸਕਦਾ ਗਾ ਲੈਣ ਤੋਂ। ਜੀ। ਅੱਛਾ, ਪਰ ਜੇ ਇਹ ਤਾਂ ਕਰੰਸੀ ਆ ਗਈ ਜਿਹੜੀ ਸਰਕਾਰਾਂ ਵੱਲੋਂ ਇਸ਼ੂ ਕੀਤੀ ਗਈ ਹੈ, ਜਿਹੜੀ ਹੁਣ ਜਿਹਦੇ ਵਿੱਚ ਅਦਰਵਾਈਜ਼ ਉਸ ਨੋਟ ਦੇ ਵਿੱਚ ਕੋਈ ਵੈਲਿਊ ਨਹੀਂ ਹੈ, ਉਹ ਸਰਕਾਰ ਦੀ ਡੈਕਲੇਰੇਸ਼ਨ ਕਰਕੇ ਵੈਲਿਊ ਆ। ਪਰ ਜਿਵੇਂ ਤੁਸੀਂ ਦੱਸਿਆ ਵੀ ਪਹਿਲਾਂ ਕੜੇ ਬਣੇ, ਉਹ ਜਿਹੜਾ ਸੋਨਾ ਸੀ ਫਿਰ ਕਿਉਂਕਿ ਸੁਰੱਖਿਅਤ ਥਾਂ 'ਤੇ ਰੱਖਣਾ, ਤਾਂ ਧਾਰਮਿਕ ਸਥਾਨਾਂ 'ਤੇ ਜਮ੍ਹਾਂ ਹੋਣ ਲੱਗ ਗਿਆ। ਫਿਰ ਇੱਕ ਪੜਾਅ ਮੇਰੇ ਖਿਆਲ ਉਹ ਆਇਆ ਪ੍ਰੋਫੈਸਰ ਸਾਹਿਬ, ਜਿਹਦੇ ਵਿੱਚ ਗੱਲ ਇਹ ਹੋਈ ਕਿ ਜਿਹੜਾ ਸ਼ਾਸਕ ਹੈ, ਜਿਹੜਾ ਰੂਲਰ ਹੈ, ਉਹਦੇ ਵੱਲੋਂ ਪ੍ਰੈਸ਼ੀਅਸ ਮੈਟਲ ਦੇ ਹੀ ਸਿੱਕੇ ਸੀ, ਭਾਵੇਂ ਸੋਨੇ ਦੇ ਸਿੱਕੇ ਸੀ ਜਾਂ ਚਾਂਦੀ ਦੇ ਸਿੱਕੇ ਸੀ, ਤਾਂਬੇ ਦੇ ਸਿੱਕੇ ਸੀ, ਉਹ ਜਾਰੀ ਕੀਤੇ ਗਏ। ਪਰ ਉਹ ਫਿਰ ਕਿਉਂਕਿ ਉਹ ਇੱਕ ਟਕਸਾਲ ਤੋਂ ਬਣ ਕੇ ਆਉਂਦੇ ਸੀ, ਉਹਨਾਂ ਨੂੰ ਫਿਰ ਮੀਡੀਅਮ ਆਫ ਐਕਸਚੇਂਜ ਬਣਾਇਆ ਗਿਆ, ਵੱਖੋ ਵੱਖਰੇ ਜਿਹੜੇ ਰਾਜ ਪਾਠ ਦੇ ਪ੍ਰਬੰਧ ਸੀ ਉਹਦੇ ਵਿੱਚ। ਇਹ 650 ਦੇ ਵਿੱਚ ਨਾ ਟਰਕੀ ਦੇ ਵਿੱਚ ਪਹਿਲੀ ਮਿੰਟ ਐਸਟੈਬਲਿਸ਼ ਕੀਤੀ ਗਈ ਹੈ। ਅੱਛਾ ਜੀ। ਟਰਕੀ ਦੇ ਵਿੱਚ ਇਹ ਕੀਤੀ ਗਈ ਸੀਗੀ ਜਿਹੜੀ ਮਿੰਟ ਹੈ। ਇਹਨੇ ਜਿਹੜਾ ਅਲੋਏ ਆਫ 골ਡ ਅਤੇ ਸਿਲਵਰ ਸੀ ਜਿਹੜਾ, ਅੱਛਾ ਜੀ, ਇਹਨਾਂ ਨੂੰ ਮਿਲਾ ਕੇ ਸਿੱਕੇ ਬਣਾਏ ਸੀ, ਜਿਹਦੇ 'ਚ 55% 골ਡ ਹੁੰਦਾ ਸੀ ਅਤੇ 45% ਹੁੰਦੀ ਸੀ ਜਿਹੜੀ ਚਾਂਦੀ ਹੁੰਦੀ ਸੀ, ਸਿਲਵਰ ਹੁੰਦਾ ਸੀਗਾ। ਅੱਛਾ ਜੀ। ਫਿਰ ਉਸ ਤੋਂ ਬਾਅਦ 550 ਦੇ ਵਿੱਚ ਲਾਡੀਆ ਕਿੰਗ ਸੀਗਾ ਜਿਹੜਾ, ਇਹ ਵੀ ਉੱਥੇ ਨੇੜੇ ਹੀ ਸੀਗਾ, ਇਹਨੇ 골ਡ ਅਤੇ ਸਿਲਵਰ ਦੇ ਵੱਖਰੇ ਵੱਖਰੇ ਜਿਹੜੇ ਸਿੱਕੇ ਬਣਾਉਣੇ ਸ਼ੁਰੂ ਕੀਤੇ। ਅੱਛਾ ਜੀ। ਪਹਿਲਾਂ ਮਿਕਸ ਹੁੰਦਾ ਸੀ 골ਡ ਅਤੇ ਸਿਲਵਰ 55-45, ਫਿਰ ਉਸ ਤੋਂ ਬਾਅਦ ਦੇ ਵਿੱਚ 골ਡ ਦੇ ਵੱਖਰੇ ਸਿੱਕੇ ਅਤੇ ਜਿਹੜੇ ਚਾਂਦੀ ਦੇ ਸਿੱਕੇ ਸੀ ਜਿਹੜੇ ਵੱਖਰੇ ਬਣਾਉਣੇ ਸ਼ੁਰੂ ਕੀਤੇ ਜੀ। ਸੋ ਉਸ ਤੋਂ ਬਾਅਦ ਚਾਈਨਾ ਦੇ ਵਿੱਚ ਫਿਰ ਜਿਹੜਾ ਸੀਗਾ ਤਾਂਬੇ ਦੇ ਸਿੱਕੇ ਬਣਨੇ ਸ਼ੁਰੂ ਹੋਏ ਜੀ। ਸੋ ਇਸ ਕਰਕੇ ਜਾਊ ਡਾਇਨੈਸਟੀ ਕਹਿੰਦੇ ਆ, ZOU, ਅੱਛਾ ਜੀ, ਜਿਹੜੀ ਨੇ ਇਹ ਤਾਂਬੇ ਦੇ ਸਿੱਕੇ ਚਾਈਨਾ ਦੇ ਵਿੱਚ ਸ਼ੁਰੂ ਕੀਤੇ ਸੀ। ਸੋ ਉਹ ਇੱਕ ਜਗ੍ਹਾ ਤੋਂ ਨਹੀਂ, ਕਈ ਥਾਵਾਂ ਤੋਂ ਵਾਲਵ ਕਰੰਸੀ ਹੁੰਦੀ ਆਈ ਹੈਗੀ। ਹਾਂਜੀ। ਸੋ ਉਸ ਤੋਂ ਇੱਕ ਦੂਸਰੇ ਤੋਂ ਫਿਰ ਸਿੱਖਿਆ ਵੀ ਲਈ ਗਈ ਹੈ। ਫਿਰ ਜਿਉਂ-ਜਿਉਂ ਇਨਵੇਜਨ ਹੁੰਦੀ ਰਹੀ, ਹਾਂਜੀ, ਜਿਹੜੇ ਵੱਖੋ ਵੱਖਰੇ ਹਮਲਾਵਰ ਆਏ ਜਦੋਂ ਉਹਨਾਂ ਨੇ ਕਬਜ਼ੇ ਕੀਤੇ। ਹਾਂਜੀ। ਕਿਉਂਕਿ ਮੇਰੇ ਖਿਆਲ ਜੇ ਭਾਰਤ ਦੇ ਵਿੱਚ ਸਿੱਕਿਆਂ ਦੀ ਗੱਲ ਕਰੀਏ, ਆਫਕੋਰਸ ਬਹੁਤ ਮੇਰੇ ਖਿਆਲ 2 ਮਿਲੇਨੀਆ ਤੋਂ ਪਹਿਲਾਂ ਤੋਂ ਇਹ ਕੰਮ ਚੱਲ ਰਿਹਾ, ਪਰ ਜਿਹੜਾ ਮੁਗਲਾਂ ਦਾ ਇੰਪੈਕਟ ਹੈ, ਮੁਗਲ ਰਾਜ ਦਾ ਇੰਪੈਕਟ ਰਿਹਾ ਭਾਰਤ ਦੇ ਸਿੱਕਿਆਂ ਦੇ ਉੱਪਰ, ਉਹ ਬੜੇ ਲੰਮੇ ਸਮੇਂ ਤੱਕ ਕਾਇਮ ਰਿਹਾ ਜੀ। ਨਹੀਂ, ਮੁਗਲ ਇੱਕ ਤਾਂ ਐਕਸਪਲੋਇਟੇਸ਼ਨ ਲਈ ਆਏ ਸੀ, ਇੱਕ ਮੁਗਲ ਵਪਾਰ ਕਰਦੇ ਸੀ। ਰਾਈਟ। ਸੋ ਉਸ ਕਰਕੇ ਉਹਨਾਂ ਨੇ ਜਿਹੜੀ ਕਿਉਂਕਿ ਉਹਨਾਂ ਨੂੰ ਪੋਰਟੇਬਲ ਕਰੰਸੀ ਚਾਹੀਦੀ ਸੀ। ਰਾਈਟ, ਬਿਲਕੁਲ, ਕਿਉਂਕਿ ਉਹਨਾਂ ਨੇ ਲੈ ਕੇ ਜਾਣਾ ਹੁੰਦਾ ਸੀ ਇੱਥੋਂ ਕੁਛ ਜੀ। ਉਹ ਚੀਜ਼ਾਂ ਵਸਤਾਂ ਜਿਹੜੀਆਂ ਸਪੈਸ਼ਲੀ ਉਹ ਕਿ 골ਡ ਅਤੇ ਜਿਹੜਾ ਚਾਂਦੀ ਸੋਨਾ, ਇਸ ਨੂੰ ਲੁੱਟ ਕੇ ਲਿਜਾਂਦੇ ਹੁੰਦੇ ਸੀਗੇ। ਸੋ ਇਸ ਕਰਕੇ ਇਹਨਾਂ ਦੇ ਸਿੱਕੇ ਵੀ ਉਹਨਾਂ ਨੂੰ ਲੋੜ ਸੀ, ਕਿਉਂਕਿ ਉਹਨਾਂ ਨੇ ਹੋਰ ਚੀਜ਼ਾਂ ਵੀ ਖਰੀਦਣੀਆਂ ਹੁੰਦੀਆਂ ਸੀ ਜੀ। ਸੋ ਇਸ ਕਰਕੇ ਮੁਗਲ ਅੰਪਾਇਰ ਨੇ ਜਿਹੜਾ ਸੀਗਾ ਇਹ ਇੰਡੀਆ ਦੇ ਵਿੱਚ ਜਿਹੜਾ ਸੀਗਾ ਇਹ ਸਿੱਕਿਆਂ ਦਾ ਕੰਮ ਸੀ ਜਿਹੜਾ ਸ਼ੁਰੂ ਕੀਤਾ। ਫਿਰ ਜਿਹੜੇ ਸਿੱਕੇ ਸੀ ਉਹਨਾਂ ਦੇ ਉੱਪਰ ਕੋਈ ਧਾਰਮਿਕ ਸੁਨੇਹਾ ਜਾਂ ਧਾਰਮਿਕ ਇਬਾਰਤ ਕੁਝ ਨਾ ਕੁਝ ਲਿਖੀ ਹੁੰਦੀ ਸੀ। ਆਮ ਤੌਰ 'ਤੇ ਕੋਈ ਸ਼ੇਰ ਦੀ ਜਾਂ ਕਿਸੇ ਤਰ੍ਹਾਂ ਦੀ ਹੋਰ ਮੂਰਤੀ ਦੀ ਇਬਾਰਤ ਪਹਿਲਾਂ ਇਹ ਇੱਕ ਸਾਈਡ 'ਤੇ ਹੁੰਦੀ ਸੀ ਸਿੱਕੇ ਦੇ ਜੀ। ਫਿਰ ਹੌਲੀ ਹੌਲੀ ਇਹ ਦੋਨੋਂ ਸਾਈਡ 'ਤੇ ਸ਼ੁਰੂ ਕੀਤੀ ਗਈ। ਫਿਰ ਜਿਹੜਾ ਸ਼ਾਸਕ ਹੈ ਉਹਦਾ ਵੀ ਕਈ ਵਾਰੀ ਉਕਰਿਆ ਹੁੰਦਾ ਸੀ। ਬਿਲਕੁਲ, ਕਈ ਚੀਜ਼ਾਂ ਹੁੰਦੀਆਂ ਸੀਗੀਆਂ, ਜਿਸ ਤਰ੍ਹਾਂ ਦੀ ਲੋੜ ਹੈ ਉਸ ਮੁਤਾਬਕ ਉਸ 'ਤੇ ਉਕਰਿਆ ਜਾਂਦਾ ਸੀ। ਹਾਂਜੀ, ਮੈਂ ਇਹ ਵੀ ਪੜ੍ਹਦਾ ਸੀ ਜੀ ਵੀ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਜਦੋਂ ਸਿੱਖ ਰਾਜ ਸੀ, ਉਹਦੇ ਵਿੱਚ ਕਹਿੰਦੇ 8 ਟਕਸਾਲਾਂ ਉਹਨਾਂ ਨੇ ਐਸਟੈਬਲਿਸ਼ ਕੀਤੀਆਂ ਹੋਈਆਂ ਸੀ, ਅਤੇ ਉਹਦੇ ਵਿੱਚ ਅੰਮ੍ਰਿਤਸਰ ਵਾਲੀ ਜਿਹੜੀ ਟਕਸਾਲ ਸੀ ਉਹ ਕੇਂਦਰੀ ਟਕਸਾਲ ਸੀ। ਅਤੇ ਜਿਹੜਾ ਕਹਿੰਦੇ ਵੈਸੇ ਪਹਿਲਾ ਸਿੱਕਾ ਸਿੱਖ ਅੰਪਾਇਰ ਦਾ ਸੀ, ਉਹ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ 1711-1712 ਦੇ ਵਿੱਚ ਇਸ਼ੂ ਕੀਤਾ ਦੱਸਿਆ ਜਾਂਦਾ। ਦੇਖੋ, ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜੇ ਪੰਜਾਬ ਦੇ ਵਿੱਚ ਸੀ ਬਹੁਤ ਸਾਰੇ ਜਿਹੜੇ ਇਕਨੋਮਿਕ ਰਿਫਾਰਮਸ ਕੀਤੇ ਸੀ। ਦੇਖੋ, ਜਿਹੜੇ ਲੈਂਡ ਟੂ ਦਾ ਟਿਲਰ ਸੀ ਜਿਹੜਾ, ਹਾਂਜੀ, ਉਹ ਵੀ ਬਾਬਾ ਬੰਦਾ ਸਿੰਘ ਬਹਾਦਰ ਨੇ ਕੀਤਾ ਸੀਗਾ।
ਸੋ ਜਦੋਂ ਲੈਂਡ ਟੂ ਦਾ ਟਿਲਰ ਕੀਤਾ ਤਾਂ ਫਿਰ ਐਕਸਚੇਂਜ ਵੀ ਸ਼ੁਰੂ ਹੋਈ ਸੀ ਉਹਦੇ ਨਾਲ, ਅਤੇ ਫਿਰ ਉਸ ਦੀ ਲੋੜ ਸੀਗੀ, ਅਤੇ ਉਹਨਾਂ ਨੇ ਜਿਹੜਾ ਇਹ ਸੀਗਾ ਉਸ ਵੇਲੇ ਦਾ ਜਿਹੜਾ ਕਰੰਸੀ ਦਾ ਜਿਹੜਾ ਮੁੱਢਲਾ ਸੀਗਾ ਯੂਨਿਟ ਉਹ ਵੀ ਲਾਗੂ ਕੀਤਾ ਸੀਗਾ ਜਿਹੜਾ। ਅਤੇ ਉਹਦੇ ਵਿੱਚ ਕਹਿੰਦੇ ਵੀ ਜਿਹੜੇ ਸਿੱਕੇ ਸੀ ਉਹਦੇ ਉੱਪਰ ਜਿਹੜੇ ਸਿੱਖ ਰਾਜ ਦੇ ਪਹਿਲੇ ਸਿੱਕੇ ਬਾਬਾ ਬੰਦਾ ਬਹਾਦਰ ਵੱਲੋਂ ਜਾਰੀ ਕੀਤੇ ਗਏ, ਉਹਦੇ 'ਚ ਫਾਰਸੀ ਦੇ ਵਿੱਚ ਲਿਖਿਆ ਹੁੰਦਾ ਸੀ, ਫਾਰਸੀ ਦੇ ਵਿੱਚ ਉੱਤੇ ਜਿਹੜਾ ਇਬਾਰਤ ਲਿਖੀ ਹੋਈ ਸੀ। ਸੋ ਇਹ ਜਿਹੜਾ ਇਹ ਪਰੰਪਰਾ ਚੱਲਦੀ ਆਈ, ਫਿਰ ਜਿਹੜੇ ਸ਼ਾਸਕਾਂ ਦੀਆਂ ਤਸਵੀਰਾਂ ਆਉਣ ਲੱਗੀਆਂ। ਪਰ ਇੱਕ ਪਰਟੀਕੂਲਰ ਸ਼ਾਸਕ ਦੀ ਗੱਲ ਮੈਂ ਜ਼ਰੂਰ ਕਰਨੀ ਚਾਹਾਂਗਾ ਤੁਹਾਡੇ ਨਾਲ ਡਾਕਟਰ ਸਾਹਿਬ, ਕਿਉਂਕਿ ਮੁਹੰਮਦ ਬਿਨ ਤੁਗਲਕ ਉਹਦਾ ਜਦੋਂ ਵੀ ਨਾਮ ਲਿਆ ਜਾਂਦਾ, ਕਿਉਂਕਿ ਉਹਨੇ ਆਪਣੇ ਜਿਸ ਹਿਸਾਬ ਦੇ ਨਾਲ ਦੀ ਗਵਰਨੈਂਸ ਸੀ, ਜੋ ਕੁਝ ਪੋਲਿਸੀ ਦੇ ਡਿਸੀਜਨ ਲਏ ਗਏ ਤੁਗਲਕ ਵੱਲੋਂ, ਤਾਂ ਉਹਦਾ ਮਜ਼ਾਕ ਦਾ ਪਾਤਰ ਦੇ ਤੌਰ 'ਤੇ ਉਹਨੂੰ ਇਤਿਹਾਸ ਦੇ ਵਿੱਚ ਵੇਖਿਆ ਜਾਂਦਾ। ਪਰ ਜੇ ਉਹ ਦੇਖੀਏ ਜਿਹੜਾ ਮੁਹੰਮਦ ਬਿਨ ਤੁਗਲਕ ਦਾ ਐਟਲੀਸਟ ਪੈਸੇ ਨੂੰ ਲੈ ਕੇ ਜਿਸ ਤਰ੍ਹਾਂ ਦੀ ਪੋਲਿਸੀ ਸੀ, ਉਹਦੇ ਨਾਲ ਰਲਦੀ ਮਿਲਦੀ ਪੋਲਿਸੀ ਅਸੀਂ ਅੱਜ ਕੱਲ੍ਹ ਯੂਜ਼ ਨਹੀਂ ਕਰ ਰਹੇ ਜੀ। ਦੇਖੋ ਗੱਲ ਇਹ ਹੈ ਵੀ ਜਦੋਂ ਕੁਝ ਸਾਲ ਪਹਿਲਾਂ ਨੋਟਬੰਦੀ ਕੀਤੀ ਸੀ, ਉਦੋਂ ਇਹ ਵੀ ਬੜਾ ਯਾਦ ਕੀਤਾ ਗਿਆ ਯੈਸ ਯੂ ਰਾਈਟ, ਉਦੋਂ ਤੁਗਲਕ ਨੂੰ ਬੜਾ ਯਾਦ ਕੀਤਾ ਉਦੋਂ ਬਹੁਤ ਯਾਦ ਕੀਤਾ ਗਿਆ ਸੀ। ਯੈਸ, ਹਾਂ। ਸੋ ਇਹਨੂੰ ਸੁਲਤਾਨ ਆਫ ਦਿੱਲੀ ਸੀ, ਇਹ ਦਿੱਲੀ ਦਾ ਸੀਗਾ ਸੁਲਤਾਨ ਸੀ। ਇਹ 1325 ਤੋਂ ਲੈ ਕੇ 1351 ਤੱਕ ਰਿਹਾ ਸ਼ਾਸਕ, ਤੁਗਲਕ ਡਾਇਨੈਸਟੀ ਦਾ ਜੀ। ਅਤੇ ਇਹਨੇ ਜਿਹੜਾ ਸਭ ਤੋਂ ਵੱਡੇ ਕੰਮ ਕੀਤੇ ਸੀ, ਇੱਕ ਤਾਂ ਜਿਹੜੀ ਰਾਜਧਾਨੀ ਸੀਗੀ ਦਿੱਲੀ ਤੋਂ ਬਦਲ ਕੇ ਦੌਲਤਾਬਾਦ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਲੈ ਗਏ ਸੀ ਜੀ, ਅਤੇ ਇੱਕ ਇਹਨਾਂ ਨੇ ਟੰਕਾ ਕਹਿੰਦੇ ਸੀ ਉਹਨੂੰ, ਜਿਹੜਾ ਕਰੰਸੀ ਸ਼ੁਰੂ ਕੀਤੀ ਸੀਗੀ। ਹਾਂ, ਉਹ ਜਿਹੜੀ ਸੀ ਉਹ ਸੀਗੀ ਪਿੱਤਲ ਦੀ, ਅਤੇ ਇੱਕ ਹੋਰ ਧਾਤ ਸੀਗੀ ਜਿਹੜੀ ਕਾਪਰ ਦੀ ਸੀ ਉਹਨਾਂ ਨੂੰ ਬਰਾਸ 'ਤੇ। ਅੱਛਾ ਜੀ, ਇਹਦੀ ਬਣਾਉਣੀ ਸ਼ੁਰੂ ਕਰਤੀ। ਅਤੇ ਪ੍ਰਿਮਿਟਿਵ ਸਿਸਟਮ ਸੀਗਾ, ਬੜੀ ਇੱਕ ਸਿੰਪਲ ਜੀ ਕਰੰਸੀ ਸੀ ਜਿਹੜੀ ਕੋਈ ਵੀ ਢਾਲ ਸਕਦਾ ਸੀਗਾ। ਅੱਛਾ ਜੀ, ਹਾਂ, ਉਹ ਜਿਵੇਂ ਆਪਾਂ ਹੁਣ ਕਹਿੰਦੇ ਨਕਲੀ ਨੋਟ ਛਪ ਜਾਂਦੇ, ਨਕਲੀ ਨੋਟ। ਉਹ ਕੀ ਹੋਇਆ ਵੀ ਇਹ ਕਿਹਾ ਜਾਂਦਾ ਸੀ ਵੀ ਹਰ ਘਰ ਹੀ 1 ਮਿੰਟ ਬਣ ਗਈ। ਇਹ ਨਹੀਂ ਵੀ ਉਹ ਬੜਾ ਲੰਬਾ ਸਮਾਂ ਲਿਆ ਇਸਨੇ। ਜਿਸ ਦਿਨ ਕਰੰਸੀ ਸ਼ੁਰੂ ਕੀਤੀ ਗਈ ਅਗਲੇ ਦਿਨ ਹੀ ਅਗਲੇ ਦਿਨ ਹੀ ਜਿਹੜੀ ਫੋਰਜਡ ਕਰੰਸੀ ਸੀ, ਫੋਰਜਰੀ ਇੰਨੀ ਸ਼ੁਰੂ ਹੋ ਗਈ ਵੀ ਕਰੰਸੀ ਦਾ ਢੇਰ ਲੱਗ ਗਏ ਮਾਰਕੀਟ ਦੇ ਵਿੱਚ, ਹਰ ਕੀ ਬਣਾਉਣ ਲੱਗ ਗਿਆ ਜੀ। ਅਤੇ 8 ਦਿਨਾਂ ਬਾਅਦ ਇਹ ਕਰੰਸੀ ਵਾਪਸ ਲੈਣੀ ਪਈ ਸੀ। ਅੱਛਾ ਜੀ, ਇਸੇ ਕਰਕੇ ਫਿਰ ਮੁਹੰਮਦ ਤੁਗਲਕ ਨੂੰ ਜਿਹੜਾ ਯਾਦ ਕੀਤਾ ਜਾਂਦਾ। ਪਰ ਜੇ ਦੇਖਿਆ ਜਾਵੇ ਤਾਂ ਜਿਹੜੀ ਇਹ ਫੀਏਟ ਕਰੰਸੀ ਸੀਗੀ ਜਾਂ ਦੇ ਨੇੜੇ ਸੀ, ਟੋਟਲੀ ਫੀਏਟ ਤਾਂ ਨਹੀਂ ਸੀ, ਇਹਦੀ ਵੈਲਿਊ ਸੀ। ਕਿਉਂਕਿ ਤੁਗਲਕ ਨੇ ਇਹ ਕਰਤਾ ਸੀ ਨਾ ਵੀ ਜਿਹੜੇ ਆਹ ਤਾਂਬਾ ਅਤੇ ਪਿੱਤਲ ਨੂੰ ਮਿਲਾ ਕੇ ਜਿਹੜੇ ਸਿੱਕੇ ਸੀ, ਜਿਹੜੀ ਉਹਨਾਂ ਦੀ ਵੈਲਿਊ ਹੋਊਗੀ ਉਹ ਸੋਨੇ ਅਤੇ ਚਾਂਦੀ ਦੇ ਸਿੱਕਿਆਂ ਦੇ ਬਰਾਬਰ ਹੋਊਗੀ। ਬਿਲਕੁਲ ਉਹ ਕੀਤਾ ਹੋਇਆ ਸੀਗਾ, ਉਹਨਾਂ ਦੇ ਬਰਾਬਰ ਸੀਗੀ। ਪਰ ਇਹ ਬਣਨੇ ਇੰਨੇ ਸ਼ੁਰੂ ਹੋ ਗਏ ਕਿਉਂਕਿ ਉਸ ਵੇਲੇ ਕੋਈ ਪਰਖ ਤਾਂ ਹੈ ਨਹੀਂ ਸੀ ਵੀ ਕਿਹੜਾ ਅਸਲੀ ਹੈ ਅਤੇ ਕਿਹੜਾ ਨਕਲੀ ਹੈ ਜੀ। ਹੁਣ ਤਾਂ ਆਪਾਂ ਜਿਹੜੇ ਕਰੰਸੀ ਨੋਟ ਦੇ ਵਿੱਚ ਕੋਈ ਚਿਪ ਲਾਈ ਜਾਂਦੀ ਹੈਗੀ ਉਸਨੂੰ ਡਿਟੈਕਟ ਕਰਨ ਲਈ ਵੀ ਨਕਲੀ ਹੈ ਕਿ ਅਸਲੀ ਹੈ। ਸੇਫਟੀ ਮੈਕੈਨਿਜ਼ਮ ਬਹੁਤ ਸਾਰਾ ਸੇਫਟੀ ਮੈਕੈਨਿਜ਼ਮਸ ਨੇ, ਉਸ ਵੇਲੇ ਤਾਂ ਹੈ ਨਹੀਂ ਸੀਗਾ ਜੀ। ਪਰ ਜਿਹਨੂੰ ਵੀ ਥੋੜ੍ਹੀ ਬਹੁਤੀ ਸਕਿੱਲ ਸੀਗੀ ਉਸੇ ਨੇ ਬਣਾਉਣਾ ਸ਼ੁਰੂ ਕਰਤਾ। ਔਰ ਉਸ ਵੇਲੇ ਕਾਪਰ ਅਤੇ ਜਿਹੜਾ ਬਰਾਸ ਸੀਗਾ ਇਹ ਅਵੇਲੇਬਲ ਸੀਗੇ ਆਮ ਮਾਰਕੀਟ ਦੇ ਵਿੱਚ, ਜਿੱਥੋਂ ਤੁਸੀਂ ਮਰਜ਼ੀ ਲੈ ਸਕਦੇ ਹੋ, ਮੈਲਟ ਕਰਕੇ ਉਹਨੂੰ ਉਸੇ ਤਰ੍ਹਾਂ ਬਣਾ ਸਕਦੇ ਹੋ ਜੀ। ਅਤੇ ਉਹ ਬਿਲਕੁਲ ਐਂ ਲੱਗਦਾ ਸੀ ਵੀ ਜਿਹੜਾ ਉਹੀ ਹੈ। ਤਾਂ ਇਸ ਕਰਕੇ ਸਪਲਾਈ ਬਹੁਤ ਵੱਧ ਗਈ। ਉਹਦੇ ਨਾਲ ਕੀ ਹੋਇਆ ਵੀ ਮੰਗ ਤਾਂ ਇੰਨੀ ਵੱਧ ਗਈ, ਲੋਕਾਂ ਕੋਲ ਪੈਸਾ ਹੀ ਇੰਨਾ ਆ ਗਿਆ ਅਤੇ ਚੀਜ਼ਾਂ ਹੈ ਨਹੀਂ ਸੀਗੀਆਂ ਦੇਣ ਨੂੰ। ਰਾਈਟ। ਅਤੇ ਉਹਦੇ ਨਾਲ ਜਿਹੜਾ ਅੱਜ ਦਾ ਮਾਡਰਨ ਡੇ ਅਸੀਂ ਇਨਫਲੇਸ਼ਨ ਕਹਿੰਦੇ ਹਾਂ ਉਹ ਆ ਗਿਆ। ਉਸ ਕਰਕੇ ਬਹੁਤ ਲੋਕ ਇਸ ਨਾਲ ਤੰਗ ਹੋ ਗਏ। ਮੈਂ ਇੱਕ ਹੋਰ ਪੜ੍ਹ ਰਿਹਾ ਸੀ, ਕਹਿੰਦੇ ਤੁਗਲਕ ਨੇ ਇੱਕ ਕੰਮ ਹੋਰ ਕੀਤਾ ਸੀ, ਕਿਉਂਕਿ ਸੋਨਾ ਅਤੇ ਚਾਂਦੀ ਆਫਕੋਰਸ ਵੈਲਿਊ ਇਹਨਾਂ ਦੀ ਫਰਕ ਆ, ਤਾਂ ਕਹਿੰਦੇ ਵੀ ਸੋਨੇ ਅਤੇ ਚਾਂਦੀ ਦੇ ਸਿੱਕਿਆਂ ਨੂੰ ਬਰਾਬਰ ਬਣਾਉਣ ਦੇ ਵਾਸਤੇ ਸੋਨੇ ਦਾ ਸਿੱਕਾ ਸੀ ਜਿਹੜਾ ਉਹ ਥੋੜ੍ਹਾ ਹਲਕਾ ਬਣਾਇਆ ਜਾਂਦਾ ਸੀ, ਅਤੇ ਚਾਂਦੀ ਦਾ ਸਿੱਕਾ ਥੋੜ੍ਹਾ ਭਾਰਾ ਸੀ, ਅਤੇ ਦੋਨਾਂ ਦੀ ਵੈਲਿਊ ਸੇਮ ਸੀ। ਲੋਕਾਂ ਦੇ ਵਿੱਚ ਕਨਫਿਊਜ਼ਨ ਬੜੀ ਹੋ ਗਈ ਉਸ ਚੀਜ਼ ਨੂੰ ਲੈ ਕੇ, ਯਾਰ ਇਹ ਸ਼ੈ ਕੀ ਹੋਈ ਹੈ, ਕਿੱਦਾਂ ਹੋਇਆ ਵੀ ਸੋਨੇ ਦਾ ਸਿੱਕਾ ਚਾਂਦੀ ਦੇ ਸਿੱਕੇ ਦੇ ਬਰਾਬਰ ਕਿਵੇਂ ਹੋ ਗਿਆ, ਕਿਉਂਕਿ ਉਹਨਾਂ ਦਾ ਸਾਈਜ਼ ਦਾ ਅਤੇ ਉਹਦਾ ਫਰਕ ਸੀ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਜਿਹੜੀ ਮੋਨੀਟਰੀ ਪੋਲਿਸੀ ਸੋ ਕਾਲਡ ਤੁਗਲਕ ਦੀ ਸੀ, ਉਸ ਤੋਂ ਬਾਅਦ ਉਹ ਕਰੰਸੀ ਜਦੋਂ ਵਾਪਸ ਲੈਣੀ ਪੈ ਗਈ ਸੀ, ਸੋ ਉਹਦੇ ਕਰਕੇ ਉਹ ਹੈਡ ਆਫ ਟਾਈਮ ਸੀ। ਉਹਨੂੰ ਆਪਾਂ ਮਾੜਾ ਤਾਂ ਕਹਿ ਦਿੰਦੇ ਹਾਂ, ਪਰ ਮੈਨੂੰ ਇਹ ਲੱਗਦਾ ਉਹਦੇ ਬਹੁਤ ਜ਼ਿਆਦਾ ਅੱਗੇ ਸੀ। ਉਹ ਕਾਫੀ ਕਈ ਸਦੀਆਂ ਅੱਗੇ ਸੀ, ਕਈ ਸਦੀਆਂ ਅੱਗੇ ਸੀਗਾ। ਪਰ ਉਸਨੂੰ ਉਸ ਵੇਲੇ ਪਤਾ ਕੀ ਇਹ ਜਾਣਕਾਰੀ ਨਹੀਂ ਸੀਗੀ ਵੀ ਇਸ ਤਰ੍ਹਾਂ ਦੀ ਜਿਹੜੀ ਉਸਨੂੰ ਮੈਨੇਜ ਕਿਸ ਤਰ੍ਹਾਂ ਕਰਨਾ ਹੈ। ਰਾਈਟ, ਦੈਟਸ ਟਰੂ। ਜੇ ਉਹ ਮੈਨੇਜ ਕਰਨਾ ਪਤਾ ਹੁੰਦਾ, ਐਕਸਪੀਰੀਅੰਸ ਹੈ ਨਹੀਂ ਸੀਗਾ ਪੁਰਾਣਾ ਕੋਈ ਵੀ ਕਿਸੇ ਦਾ, ਅਤੇ ਉਹਨੂੰ ਮੈਨੇਜ ਕਰ ਲੈਂਦੇ, ਫੋਰਜਰੀ ਨਾ ਹੁੰਦੀ, ਤਾਂ ਮੇਰੇ ਖਿਆਲ ਦੇ ਵਿੱਚ ਉਹ ਕਰੰਸੀ ਦਾ ਸਿਸਟਮ ਸੀਗਾ ਜਿਹੜਾ ਉਹ ਇੰਨਾ ਮਾੜਾ ਨਹੀਂ ਸੀਗਾ। ਉਹ ਬੜਾ ਇੱਕ ਪਾਇਨੀਅਰ ਸਿਸਟਮ ਹੋਣਾ ਸੀਗਾ ਜੀ, ਕਿਉਂਕਿ ਉਹ ਤਾਂਬੇ ਅਤੇ ਪਿੱਤਲ ਦੇ ਸਿੱਕਿਆਂ ਨੂੰ ਸੋਨੇ ਅਤੇ ਚਾਂਦੀ ਦੇ ਬਰਾਬਰ ਕਰਨ ਦੀ ਗੱਲ ਉਹੀ ਹੈ ਜਿਵੇਂ ਅੱਜ ਕਾਗਜ਼ ਦੇ ਟੁਕੜੇ ਨੂੰ, ਕਿਉਂਕਿ ਸਰਕਾਰ ਨੇ ਕਹਿ ਦਿੱਤਾ ਵੀ ਆਹ $100 ਆ, ਤਾਂ ਅਸੀਂ ਮੰਨ ਲਿਆ ਵੀ ਉਹ $100 ਦੇ ਅਸੀਂ ਫਿਰ 5 ਜਿਹੜੇ $20 ਦੇ ਨੋਟ ਵੀ ਲੈ ਸਕਦੇ ਹਾਂ। ਬਿਲਕੁਲ, ਯੈਸ, ਸੋ ਟਰੂ। ਬਰਾਬਰ ਇਸ ਤਰ੍ਹਾਂ ਦੀ ਬਰਾਬਰਤਾ ਸੀਗੀ ਜਿਹੜੀ ਉਹ ਸਿੱਕਿਆਂ ਦੇ ਵਿੱਚ ਕੀਤੀ ਗਈ ਸੀ ਜੀ। ਜੇ ਅਸੀਂ ਮਾਡਰਨ ਕਰੰਸੀ ਦੀ ਗੱਲ ਕਰੀਏ, ਅਪ ਅੰਟਿਲ ਰੀਸੈਂਟਲੀ ਗੋਲਡ ਸਟੈਂਡਰਡ ਦੇ ਨਾਲ ਕਰੰਸੀ ਨੂੰ ਆਂਕਿਆ ਜਾਂਦਾ ਸੀ, ਪਰ ਪਿਛਲੇ ਕੁਝ ਸਾਲਾਂ ਦੇ ਵਿੱਚ, ਮੈਂ ਕਿਹਾ ਪਿਛਲੇ 10 ਤੋਂ 20 ਸਾਲਾਂ 'ਚ ਕਈ ਜਿਹੜੇ ਮੁਲਕ ਨੇ ਉਹ ਗੋਲਡ ਸਟੈਂਡਰਡ ਤੋਂ ਪਰਾਂ ਹਟ ਗਏ ਨੇ। ਪਹਿਲਾਂ ਤਾਂ ਇਹ ਦੱਸੋ ਵੀ ਗੋਲਡ ਸਟੈਂਡਰਡ ਕੀ ਚੀਜ਼ ਸੀ? ਵਿਜੇ, ਇਸ ਤੋਂ ਪਹਿਲਾਂ ਨਾ ਸਾਨੂੰ ਇਹ ਜਾਣਨ ਦੀ ਲੋੜ ਹੈ
ਵੀ ਜਿਹੜਾ ਕਰੰਸੀ ਨੋਟ ਹੈ ਕਦੋਂ ਸ਼ੁਰੂ ਹੋਇਆ। ਰਾਈਟ। ਇਹ 1661 ਦੇ ਵਿੱਚ ਪਹਿਲਾ ਕਰੰਸੀ ਜਿਹੜਾ ਨੋਟ ਸੀ ਸ਼ੁਰੂ ਹੋਇਆ। ਯੂਰਪ ਦੇ ਵਿੱਚ ਜਿਹੜਾ ਅੱਜ ਕੱਲ੍ਹ ਅਸੀਂ ਗੱਲ ਕਰਦੇ ਹੈਗੇ ਸਵਿਸ ਬੈਂਕਾਂ ਦੀ, ਹਾਂਜੀ, ਤਾਂ ਪਹਿਲਾਂ ਸਟਾਕਹੋਮ ਬੈਂਕੋ ਅੱਛਾ ਜੀ, ਨਾਂ ਦਾ ਬੈਂਕ ਸੀ ਜਿਹੜਾ ਐਸਟੈਬਲਿਸ਼ ਕੀਤਾ ਗਿਆ, ਤੇ 1661 ਦੇ ਵਿੱਚ ਜਿਹੜਾ ਪਹਿਲਾ ਜਿਹੜਾ ਨੋਟ ਹੈ ਇਹ ਛਾਪਿਆ ਗਿਆ। ਉਸ ਤੋਂ ਬਾਅਦ 1716 ਦੇ ਵਿੱਚ ਜਿਹੜਾ ਇੱਕ ਪੈਰਿਸ ਦੇ ਵਿੱਚ ਬੈਂਕ ਖੁੱਲਿਆ। ਅੱਛਾ ਜੀ, ਇਹ ਕਰੰਸੀ ਨੋਟ ਆਈ। ਫਿਰ ਇਹ ਹੋਇਆ ਵੀ ਦੇਸ਼ਾਂ ਨੇ ਕਰੰਸੀ ਤਾਂ ਛਾਪਣੀ ਹੈ, ਉਹ ਕਿੰਨੀ ਛਾਪੀ ਜਾਵੇ। ਹਾਂ, ਇਹ ਕਿਵੇਂ ਪਤਾ ਲੱਗੇ? ਨਾ ਹੋਵੇ ਤੁਗਲਕ ਵਾਲਾ ਕੰਮ ਨਾ ਹੋਵੇ ਵੀ ਅਸੀਂ ਬਹੁਤ ਸਾਰੇ ਨੋਟ ਛਾਪ ਦਈਏ ਤੇ ਉਹਦੇ ਨਾਲ ਕੀ ਹੈ। ਸੋ ਤਾਂ ਕਿ ਇਹ ਕਿਹਾ ਗਿਆ, ਦੇਸ਼ਾਂ ਦੇ ਵਿੱਚ ਇੱਕ ਮੁਆਹਦਾ ਹੋਇਆ ਵੀ ਸਾਰੇ ਦੇਸ਼ ਆ ਜਿਹੜੇ ਉਹ ਗੋਲਡ ਦੇ ਬਰਾਬਰ ਦੀ ਕਰੰਸੀ ਛਾਪਣਗੇ। ਕਿਉਂਕਿ ਰਾਈਟ, ਜੇ ਪਹਿਲਾਂ ਸੋਨੇ ਦੇ ਸਿੱਕੇ ਬਣਦੇ ਸੀ, ਤੁਸੀਂ ਓਨੇ ਹੀ ਸਿੱਕੇ ਬਣਾਓਗੇ ਜਿੰਨਾ ਤੁਹਾਡੇ ਕੋਲ ਸੋਨਾ। ਹਾਂਜੀ, ਤੇ ਉਹ ਫਿਰ ਕਿਵੇਂ ਡਿਟਰਮਿਨ ਕੀਤਾ ਜਾਵੇ ਵੀ ਸੋਨੇ ਦਾ ਭਾਅ ਕੀ ਹੈ ਤੇ ਕਿੰਨੇ ਛਾਪਣੇ ਅਸੀਂ। ਰਾਈਟ। ਤਾਂ ਫਿਰ ਇਹ ਕੀਤਾ ਗਿਆ ਵੀ ਕੰਟਰੀ ਆਪਣਾ ਡਿਟਰਮਿਨ ਕਰੂਗਾ ਵੀ ਕਿਸ ਰੇਟ ਦੇ ਉੱਤੇ ਉਹਨੇ ਸੋਨਾ ਵੇਚਣਾ ਜਾਂ ਖਰੀਦਣਾ ਹੈ ਜੀ। ਜਿਵੇਂ ਜੇ ਆਪਾਂ ਕਹੀਏ ਵੀ ਜੇ US ਨੇ ਡਿਸਾਈਡ ਕਰ ਲਿਆ ਵੀ ਅਸੀਂ $500 ਨੂੰ ਪਰ ਆਉਂਸ ਖਰੀਦਣਾ ਹੈ, ਤਾਂ US ਡਾਲਰ ਦੀ ਜਿਹੜੀ ਕੀਮਤ ਹੋਊਗੀ ਉਹ 1/500 ਹੋਊਗੀ। ਅੱਛਾ ਜੀ, $1 ਦੀ ਕੀਮਤ ਹੈ ਜਿਹੜੀ ਉਹਦੇ ਬਰਾਬਰ ਹੋਊਗੀ ਜੀ। ਸੋ ਇਹਦਾ ਮਤਲਬ ਇਹ ਹੋ ਗਿਆ ਸੀਗਾ ਵੀ ਅਸਲ ਸੋਨੇ ਦੇ ਬਰਾਬਰ ਦੀ ਕੀਮਤ ਹੋ ਗਈ ਸੀਗੀ ਡਾਲਰ ਦੀ ਜੀ। ਵੀ $500 ਜੇ ਸੋਨੇ ਦੀ ਕੀਮਤ ਅਮਰੀਕਾ ਦੇ ਵਿੱਚ ਰੱਖੀ ਗਈ ਹੈ ਤਾਂ 1 ਆਉਂਸ ਦੀ ਜੀ, ਤਾਂ ਜਿਹੜੀ $1 ਦੀ ਕੀਮਤ ਹੈ 1/500 ਹੋਊਗੀ। ਅੱਛਾ ਜੀ। ਸੋ ਤੁਸੀਂ ਉਨੀ ਕਰੰਸੀ ਛਾਪ ਸਕਦੇ ਹੋ ਜਿੰਨਾ ਤੁਹਾਡੇ ਕੋਲੇ ਸੋਨਾ ਹੈ। ਠੀਕ ਹੈ ਜੀ, ਉਹਦੇ ਇਕੁਇਵਲੈਂਟ ਕਰਕੇ। ਰਾਈਟ। ਉਸ ਤੋਂ ਵੱਧ ਨਹੀਂ ਤੁਸੀਂ ਛਾਪ ਸਕਦੇ। ਇਸ ਨੂੰ 골ਡ ਸਟੈਂਡਰਡ ਕਿਹਾ ਗਿਆ ਸੀ ਜੀ, ਤਾਂ ਕਿ ਜਿਹੜੀ ਤੁਹਾਡੇ ਕੋਲੇ ਫਿਜ਼ੀਕਲ ਏਸੈਟ ਹੈ, ਜਿਹੜਾ ਮੋਸਟ ਇੰਪੋਰਟੈਂਟ ਗਿਣਿਆ ਗਿਆ 골ਡ ਹੈ ਜਿਹੜਾ, ਇਸ ਨੂੰ ਤੁਸੀਂ ਇਸ ਦੇ ਬਰਾਬਰ ਦੀ ਕਰੰਸੀ ਛਾਪ ਸਕੋ। ਸਾਰੇ ਕੰਟਰੀਆਂ ਦੇ ਉੱਪਰ ਇਹ ਇੱਕ ਕਿਸਮ ਦਾ ਮੁਆਹਦਾ ਸੀਗਾ ਜੀ। ਫਿਰ ਉਸ ਤੋਂ ਬਾਅਦ ਦੇ ਵਿੱਚ ਫਿਰ ਹੌਲੀ ਹੌਲੀ ਕੀ ਹੋਇਆ ਨਾ, ਜਦੋਂ ਆਪਣੀ ਕਰੰਸੀ ਨੋਟ ਛਪਣੇ ਸ਼ੁਰੂ ਹੋ ਗਏ, ਹਾਂਜੀ, ਤਾਂ ਉਸ ਵੱਲ ਮੂਵ ਆਉਣਾ ਸੀ। ਅਤੇ ਉਸ ਤੋਂ ਬਾਅਦ ਸਟੇਟ ਦੀ ਜਿਹੜੀ ਇਕਨੋਮਿਕ ਔਰਗੇਨਾਈਜੇਸ਼ਨ ਵੀ ਪਰਪੱਕ ਹੋ ਗਈ ਸੀ। ਹਾਂਜੀ, ਸਟੇਟ ਇਕਨੋਮਿਕਲੀ ਔਰਗੇਨਾਈਜ਼ ਹੋ ਗਿਆ ਸੀ, ਇਕੋਨਮੀ ਔਰਗੇਨਾਈਜ਼ਡ ਹੋ ਗਈਆਂ ਸੀਗੀਆਂ ਇਕੋਨਮੀਜ਼, ਜਿਨ੍ਹਾਂ ਦੇ ਵਿੱਚ ਦੇਖੋ ਬੈਂਕ ਵੀ ਸ਼ੁਰੂ ਹੋ ਗਏ ਸੀ ਜੀ। 1935 ਦੇ ਵਿੱਚ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਜਿਹੜੇ ਫੈਡਰਲ ਬੈਂਕ ਬਣੇ ਆ, ਜਿਹੜਾ ਆਪਣਾ ਬੈਂਕ ਆਫ ਕੈਨੇਡਾ ਵੀ, ਇਹ ਵੀ ਉਹਨਾਂ ਸਮਿਆਂ ਦੇ ਵਿੱਚ ਹੀ ਬਣਿਆ ਜੀ, ਜੇ ਸੈਂਟਰਲ ਬੈਂਕ ਬਣੇ, ਸੈਂਟਰਲ ਬੈਂਕ ਬਣੇ ਹੈਗੇ। ਤਾਂ ਉਸ ਵੇਲੇ ਫਿਰ ਲੀਗਲ ਡਿਕਰੀ ਜਿਹੜੀ ਸੀਗੀ ਇਹ ਸ਼ੁਰੂ ਹੋ ਗਈ ਸੀਗੀ। ਤਾਂ ਫਿਰ ਲੋਕਾਂ ਨੇ ਸੋਚਿਆ, ਜਾਂ ਜਿਹੜੇ ਇਕੋਨੋਮਿਸਟ ਸੀ ਉਸ ਵੇਲੇ, ਵੀ ਹੁਣ ਕਿਉਂਕਿ ਸਰਕਾਰ ਦੇ ਕੰਟਰੋਲ ਦੇ ਵਿੱਚ ਆ ਗਈ ਹੈ ਵੀ ਕਿੰਨੀ ਕਰੰਸੀ ਇਕੋਨਮੀ ਦੇ ਵਿੱਚ ਦੇਣੀ ਹੈ ਜਾਂ ਕਿੰਨੀ ਸਰਕੂਲੇਸ਼ਨ ਦੇ ਵਿੱਚ ਭੇਜਣੀ ਹੈ ਜੀ, ਤਾਂ ਇਸ ਕਰਕੇ ਸਾਨੂੰ ਹੁਣ 골ਡ ਦੇ ਨਾਲ ਉਸ ਦਾ ਲਿੰਕ ਹੈ ਜਿਹੜਾ ਇਹ ਕੱਟ ਦੇਣਾ ਚਾਹੀਦਾ ਹੈ। ਕਿਉਂਕਿ ਕਈ ਸਰਕਾਰਾਂ ਨੇ ਜਿਹੜਾ 골ਡ ਆਪਣੇ ਰਿਜ਼ਰਵ 'ਚ ਰੱਖਿਆ ਹੋਇਆ ਸੀ ਉਹ ਵੇਚਤਾ ਫਿਰ। ਹਾਂ ਬਿਲਕੁਲ, ਉਹਨਾਂ ਨੇ ਕਿਹਾ ਫਿਰ 골ਡ ਇੱਕ ਹੋਰ ਅਸੈਟ ਬਣ ਜਾਊਗਾ। ਜਿਸ ਤਰ੍ਹਾਂ ਤੁਸੀਂ ਦੂਜੀਆਂ ਚੀਜ਼ਾਂ ਐਕਸਪੋਰਟ ਕਰਦੇ ਹੋ, 골ਡ ਵੀ ਐਕਸਪੋਰਟ ਕਰ ਸਕਦੇ ਹੋ ਜੀ, ਇੰਪੋਰਟ ਕਰ ਸਕਦੇ ਹੋ, ਐਕਸਪੋਰਟ ਕਰ ਸਕਦੇ ਹੋ ਜੀ। ਤਾਂ ਫਿਰ 1931 ਦੇ ਵਿੱਚ ਪਹਿਲੀ ਵਾਰੀ ਜਿਹੜਾ ਸੀਗਾ ਬ੍ਰਿਟੇਨ ਦੇ ਵਿੱਚ ਸੀ ਜਿਹੜਾ 골ਡ ਸਟੈਂਡਰਡ ਖਤਮ ਕੀਤਾ ਗਿਆ। 1931 'ਚ? 1931 'ਚ। ਅੱਛਾ ਜੀ। 1933 ਦੇ ਵਿੱਚ US 'ਚ ਖਤਮ ਕੀਤਾ ਗਿਆ ਸੀਗਾ। ਅੱਛਾ ਜੀ। ਅਤੇ ਹੌਲੀ ਹੌਲੀ ਫਿਰ ਇਹ ਬਾਕੀ ਦੇਸ਼ਾਂ ਦੇ ਵਿੱਚ ਵੀ ਖਤਮ ਹੁੰਦਾ ਗਿਆ। ਇਹ ਸਟੈਂਡਰਡ ਦੀ ਜਗ੍ਹਾ ਦੇ ਉੱਤੇ ਫਿਰ ਜਿਹੜੇ ਫੈਡਰਲ ਬੈਂਕ ਸੀ ਜਾਂ ਰਿਜ਼ਰਵ ਬੈਂਕ ਸੀ ਜਾਂ ਸੈਂਟਰਲ ਬੈਂਕ ਸੀ, ਇਹਨਾਂ ਨੇ ਲੈ ਲਈ ਜੀ, ਅਤੇ ਉਹਨਾਂ ਨੇ ਫਿਰ ਆਪਣੀ ਜਿਹੜੀ ਕਰੰਸੀ ਹੈ ਇਹ ਸ਼ੁਰੂ ਕਰਤੀ ਪ੍ਰਿੰਟ ਕਰਨੀ ਜੀ। ਸੋ 1973 ਤੱਕ ਇਹ ਵਰਤਾਰਾ ਅਫਰੀਕਾ ਦੇ ਇੱਕ ਦੇਸ਼, ਹੁਣ ਮੇਰੇ ਨਾਂ ਨਹੀਂ ਯਾਦ ਆ ਰਿਹਾ, ਕੋਈ ਛੋਟਾ ਜਿਹਾ ਦੇਸ਼ ਸੀ, ਅੱਛਾ ਜੀ, ਜਿਹੜਾ 골ਡ ਸਟੈਂਡਰਡ 1973 ਦੇ ਵਿੱਚ ਖਤਮ ਕੀਤਾ ਗਿਆ। ਅੱਛਾ ਜੀ, ਤੇ ਆ ਕੇ ਓਕੇ। ਸੋ ਹੁਣ ਉਸ ਤੋਂ ਬਾਅਦ ਫਿਰ ਜਿਹੜੇ ਸੈਂਟਰਲ ਬੈਂਕ ਨੇ ਉਹਨਾਂ ਨੇ ਕਮਾਨ ਸੰਭਾਲ ਲਈ ਕਿ ਜਿਹੜੀ ਪੂਰੀ ਮੋਨੀਟਰੀ ਪੋਲਿਸੀ ਆ, ਮਨੀ ਸਪਲਾਈ ਆ, ਉਹ ਉਸ ਨੂੰ ਕੰਟਰੋਲ ਕਰਨਗੇ। ਉਹਦੇ ਨਾਲ ਫਿਰ ਜਿਹੜੇ ਮੋਨੀਟਰੀ ਪੋਲਿਸੀ ਦੇ ਇੰਸਟਰੂਮੈਂਟਸ ਵੀ ਆ ਗਏ ਵੀ ਅਸੀਂ ਕਿਵੇਂ ਜਿਹੜੇ ਲੋਕਾਂ ਦੇ ਹੱਥ ਦੇ ਵਿੱਚ ਮਨੀ ਸਪਲਾਈ ਵਧਾਉਣੀ ਕਿਵੇਂ ਅਤੇ ਘਟਾਉਣੀ ਕਿਵੇਂ। ਜਿਹੜੀ ਇੰਟਰਸਟ ਰੇਟ ਪਾਲਿਸੀ, ਤੁਹਾਡੇ ਓਪਨ ਮਾਰਕੀਟ ਆਪਰੇਸ਼ਨਸ ਨੇ, ਬੌਂਡ ਸੈੱਲ ਕਰਨੇ ਨੇ, ਬੌਂਡ ਖਰੀਦਣੇ ਨੇ। ਹੁਣ ਦੇਖੋ ਕੈਨੇਡੀਅਨ ਗੌਰਮੈਂਟ ਆ ਜਿਹੜੀ ਇਹ ਲਗਾਤਾਰ ਬੌਂਡ ਖਰੀਦ ਰਹੀ ਹੈ ਤਾਂ ਕਿ ਲੋਕਾਂ ਕੋਲ ਪੈਸਾ ਹੱਥ 'ਚ ਜਾਵੇ ਜੀ। ਹੁਣ ਵੀ ਉਹਨਾਂ ਨੇ ਕਿਹਾ ਵੀ ਅਸੀਂ $5 ਬਿਲੀਅਨ ਦੇ ਬੌਂਡ ਖਰੀਦਣੇ ਹੈ ਜੀ। ਸੋ ਪੇਪਰ ਹੈ ਜਿਹੜਾ ਇੱਕ ਸਰਟੀਫਿਕੇਟ ਹੈ ਉਹ ਲੋਕਾਂ ਕੋਲ ਹੈ ਜਿਹੜਾ, ਉਹ ਗੌਰਮੈਂਟ ਖਰੀਦ ਲੂਗੀ ਅਤੇ $5 ਬਿਲੀਅਨ ਹੈ ਜਿਹੜਾ ਲੋਕਾਂ ਕੋਲ ਚਲਿਆ ਜਾਊਗਾ ਜੀ। ਉਹਦੇ ਨਾਲ ਕਰੰਸੀ ਵੱਧ ਜੂਗੀ ਕਿਉਂਕਿ ਹੁਣ ਅਸੀਂ ਡਿਮਾਂਡ ਨੂੰ ਇਨਕਰੀਜ਼ ਕਰਨਾ ਚਾਹੁੰਦੇ ਹਾਂ, ਲੋਕਾਂ ਦੇ ਹੱਥ 'ਚ ਜ਼ਿਆਦਾ ਪੈਸਾ ਦੇਣਾ ਚਾਹੁੰਦੇ ਹਾਂ ਜੀ। ਤਾਂ ਕੈਨੇਡੀਅਨ ਗੌਰਮੈਂਟ ਨੇ ਫੈਸਲਾ ਕੀਤਾ। ਸੋ ਹੁਣ ਸਾਡੇ ਕੋਲ ਉਹ ਸਾਧਨ ਬਣ ਗਏ ਹੈ ਜਿਹੜੇ ਇਸ ਤਰ੍ਹਾਂ ਕਿਸਮ ਦੇ ਹੈਗੇ ਜੀ। ਇੱਕ ਕੰਟਰੋਲਡ ਇਕਾਨਮੀ ਹੈ ਜਿਹਦੇ ਵਿੱਚ ਕੰਟਰੋਲਡ ਮਨੀ ਸਪਲਾਈ ਹੈ, ਅਤੇ ਇਹਦੀ ਫੋਰਜਰੀ ਵੀ ਪੋਸੀਬਲ ਨਹੀਂ ਕਿਉਂਕਿ ਇਹਦੇ ਵਿੱਚ ਹੁਣ ਇਸ ਵੇਲੇ ਕੋਈ ਚਿਪ ਪਾ ਦਿੱਤੀ ਜਾਂਦੀ ਹੈ ਜਾਂ ਹੋਰ ਕੁਛ ਪਾ ਦਿੱਤਾ, ਸਿਕਿਉਰਿਟੀ ਫੀਚਰਸ ਕਾਫੀ ਹੈਗੇ ਨੇ, ਐਡ ਕਰ ਦਿੱਤੇ ਗਏ। ਅੱਛਾ, ਫਿਰ ਜੀ ਕੈਸ਼ ਤੋਂ ਲੈ ਕੇ ਫਿਰ ਜਿਹੜਾ ਅਗਲਾ ਜਿਹੜਾ ਹੁਣ ਪੜਾਅ ਆਇਆ, ਜਿਹੜਾ ਹੁਣ ਨੈਕਸਟ ਜਿਹੜਾ ਫੇਜ਼ ਬਣਦਾ ਉਹ ਕੈਸ਼ ਟੂ ਕ੍ਰਿਪਟੋ ਕਰੰਸੀ ਦਾ ਬਣਦਾ। ਪਰ ਕੈਸ਼ ਤੋਂ ਬਾਅਦ ਫਿਰ ਜਦੋਂ ਸੋਸਾਇਟੀ ਹੌਲੀ ਹੌਲੀ ਕੈਸ਼ਲੈਸ ਹੋਣੀ ਸ਼ੁਰੂ ਹੋ ਗਈ,
ਸਾਨੂੰ ਪਤਾ ਵੀ ਇੱਥੇ ਹੁਣ ਫਿਰ ਵੀ ਨਾਰਥ ਅਮਰੀਕਾ ਦੇ ਵਿੱਚ ਜਾਂ ਜਿੱਥੇ ਹੁਣ ਡਿਜੀਟਲ ਪੇਮੈਂਟਸ ਦਾ ਪਸਾਰ ਆਲਰੇਡੀ ਪਹਿਲਾਂ ਤੋਂ ਹੋ ਚੁੱਕਾ ਸੀ, ਫਿਰ ਪਲਾਸਟਿਕ ਮਨੀ ਆਈ, ਪਲਾਸਟਿਕ ਮਨੀ ਦੀ ਬੜੀ ਗੱਲ ਚੱਲੀ। ਸੋ ਉਸ ਨੇ ਕੀ ਅਸਰ ਪਾਇਆ? ਦੇਖੋ ਵਿਜੇ, ਪਲਾਸਟਿਕ ਜਿਹੜੀ ਕਹਿ ਦਿੰਦੇ ਆ ਨਾ, ਇਹ ਇੱਕ ਮਨੀ ਨਹੀਂ ਗੀ ਜੀ। ਅਸੀਂ ਪਲਾਸਟਿਕ ਜਿਹੜੇ ਕ੍ਰੈਡਿਟ ਕਾਰਡ ਹੈ ਇਹਨੂੰ ਮਨੀ ਨਹੀਂ ਕਹਿੰਦੇ। ਇਹ ਤੁਹਾਡੇ ਬੈਂਕ ਅਕਾਊਂਟ ਦੇ ਵਿੱਚ ਪਿਆ ਨਾਲ ਲਿੰਕ ਕਰਦਾ ਹੈ ਜੀ, ਇੱਕ ਲਿੰਕੇਜ ਹੈ। ਰਾਈਟ। ਜੇ ਤੁਸੀਂ ਕ੍ਰੈਡਿਟ ਕਾਰਡ ਰਾਹੀਂ ਪੇ ਕਰਦੇ ਹੋ, ਡੈਬਿਟ ਕਾਰਡ ਰਾਹੀਂ ਪੇ ਕਰਦੇ ਹੋ, ਤਾਂ ਸਿੱਧਾ ਤੁਹਾਡੇ ਬੈਂਕ ਦੇ ਵਿੱਚ ਪੈਸੇ ਨਾਲ ਤੁਹਾਨੂੰ ਲਿੰਕ ਕਰ ਦਿੰਦਾ, ਉੱਥੋਂ ਪੈਸੇ ਚਲੇ ਜਾਂਦੇ ਆ। ਸੋ ਇਹ ਆਪਣੇ ਆਪ 'ਚ ਕੋਈ ਕਰੰਸੀ ਨਹੀਂ ਗੀ, ਇਲੈਕਟ੍ਰੋਨਿਕ ਮਨੀ ਹੈ। ਹਾਂ, ਜਿਹੜਾ ਕ੍ਰੈਡਿਟ ਕਾਰਡ ਆ ਉਹ ਹੈ ਵੀ ਤੁਹਾਨੂੰ ਥੋੜ੍ਹਾ ਜਿਹਾ ਸਮਾਂ ਦੇ ਦਿੰਦਾ ਹੈਗਾ ਵੀ ਤੁਸੀਂ ਬੈਂਕ 'ਚੋਂ ਤੁਹਾਡੇ 'ਚੋਂ ਕਦੋਂ ਪੈਸੇ ਜਾਣੇ ਆ, ਤੁਸੀਂ 21 ਦਿਨਾਂ ਬਾਅਦ ਜਾਣੇ ਆ ਜਾਂ 25 ਦਿਨਾਂ ਦੇ ਬਾਅਦ ਜਾਣੇ ਆ, ਤੁਹਾਨੂੰ ਸਮਾਂ ਦੇ ਦਿੰਦਾ ਉਹ। ਈਜ਼ ਆਫ ਟ੍ਰਾਂਜੈਕਸ਼ਨ ਹੈ, ਟ੍ਰਾਂਜੈਕਸ਼ਨ ਦਾ ਟੂਲ ਹੈ ਉਹ, ਟੂਲ ਹੈ ਇੱਕ ਟ੍ਰਾਂਜੈਕਸ਼ਨ ਦਾ ਜੀ। ਇਹ ਸੋ ਇਹਦੇ ਨਾਲ ਕੀ ਹੈ, ਜਿਹੜੀ ਪ੍ਰੋਬਲਮ ਕਰਜ਼ਦਾਰੀ ਦੀ ਤਾਂ ਆਈ ਹੈ ਕਿ ਪਰ ਇਹ ਬਿਲਕੁਲ ਇੱਕ ਲਿੰਕ ਕਰਦਾ ਤੁਹਾਡੇ ਆਪਣੇ ਪੈਸਿਆਂ ਨਾਲ ਤੁਹਾਨੂੰ। ਜੀ। ਉਸ ਤੋਂ ਬਾਅਦ ਜਿਹੜਾ ਬਿਟਕੋਇਨ ਹੈ, ਜਿਹੜਾ ਕ੍ਰਿਪਟੋ ਕਰੰਸੀ ਹੈ, ਇਹ ਕੁਛ ਲੋਕਾਂ ਨੇ ਇਹ ਸੋਚਿਆ ਵੀ ਜਿਹੜਾ ਸਰਕਾਰਾਂ ਦੇ ਹੱਥ 'ਚ ਹੈ ਜਿਹੜੀ ਇਹ ਪਾਲਿਸੀ ਹੈ, ਮਨੀ ਸਪਲਾਈ ਹੈ ਜੀ, ਇਸ ਤੋਂ ਇੰਡੀਪੈਂਡੈਂਟ ਹੋਣ ਦੀ ਲੋੜ ਹੈ। ਸੋ ਜਿਹੜੀ ਆਪਾਂ ਤੁਸੀਂ ਸੈਂਟਰਲ ਬੈਂਕਸ ਦੀ ਗੱਲ ਦੱਸੀ, ਹਾਂਜੀ, ਵੀ ਹਰ ਵੱਖੋ ਵੱਖਰੇ ਮੁਲਕ ਦੇ ਵਿੱਚ ਸੈਂਟਰਲ ਬੈਂਕ ਨੇ ਮਨੀ ਸਪਲਾਈ ਦੀ ਜਿਹੜੀ ਵਾਗਡੋਰ ਸੀ ਉਹ ਸੰਭਾਲੀ। ਪਰ ਹੁਣ ਜਿਹੜਾ ਕ੍ਰਿਪਟੋ ਕਰੰਸੀ ਆ ਗਈ, ਇਹ ਕਿਸੇ ਵੀ ਸੈਂਟਰਲ ਬੈਂਕ ਦੇ ਅਧੀਨ ਨਹੀਂ ਹੈ। ਨਹੀਂ, ਇਹ ਸੈਂਟਰਲ ਬੈਂਕ ਦੇ ਅਧੀਨ ਨਹੀਂ, ਜਿੰਨਾ ਚਿਰ ਸੈਂਟਰਲ ਬੈਂਕ ਕ੍ਰਿਪਟੋ ਕਰੰਸੀ ਆਪਣੀ ਇਸ਼ੂ ਨਹੀਂ ਕਰ ਦੇਗੇ। ਰਾਈਟ, ਓਕੇ। ਦੇਖੋ ਬਿਟਕੋਇਨ ਦੇ ਬਾਰੇ ਇਹ ਕਿਹਾ ਜਾਂਦਾ, ਬਹੁਤੀ ਉਹਦੇ ਬਾਰੇ ਜਾਣਕਾਰੀ ਪਤਾ ਨਹੀਂ ਇਹਦੇ ਬੈਕਗਰਾਊਂਡ ਦੇ ਵਿੱਚ ਕੀ ਹੈ। ਤਾਂ ਬਿਟਕੋਇਨ ਦੇ ਵਿੱਚ ਇਹ ਵੀ ਕਿਸੇ ਦੇ ਕੰਟਰੋਲ ਦੇ ਵਿੱਚ ਨਹੀਂ ਇਹ ਜੀ। ਤਾਂ ਬਿਟਕੋਇਨ ਹੈ ਜਿਹੜੀ ਪਹਿਲੀ ਡਿਜੀਟਲ ਕਰੰਸੀ ਸੀਗੀ, ਇਹਦੇ ਰਾਹੀਂ ਐਕਸਚੇਂਜ ਹੋ ਰਹੀ ਹੈ। ਪਰ ਇਹਦੇ ਵਿੱਚ ਵਿਜੇ ਪ੍ਰੋਬਲਮਸ ਇਹ ਆ ਰਹੀਆਂ, ਇਹਨਾਂ ਦੀ ਫਲਕਚੁਏਸ਼ਨ ਇੰਨੀ ਜ਼ਿਆਦਾ ਹੈ ਜੀ, ਅਤੇ ਕੁਛ ਥੋੜ੍ਹੇ ਜਿਹੇ ਹੱਥਾਂ ਦੇ ਵਿੱਚ ਇਹ ਆਮ ਕਹਿੰਦੇ ਆ ਵੀ ਬਹੁਤ 95% ਜਿਹੜਾ ਬਿਟਕੋਇਨ ਹੈ, ਇੱਕ 5% ਲੋਕਾਂ ਦੇ ਹੱਥ ਦੇ ਵਿੱਚ ਚਲਾ ਗਿਆ ਹੈਗਾ। ਤਾਂ ਉਹਦੇ ਨਾਲ ਕੀ ਹੈ, ਇਹਦੀ ਮੈਨੀਪੂਲੇਸ਼ਨਸ ਬਹੁਤ ਜ਼ਿਆਦਾ ਹੁੰਦੀਆਂ ਨੇ। ਤੁਸੀਂ ਦੇਖੋ ਵੀ 2 ਸਾਲ ਪਹਿਲਾਂ ਜਿਹੜਾ ਅਸੀਂ ਬਿਟਕੋਇਨ ਦੀ ਪ੍ਰਾਈਸ ਕੀ ਸੀਗੀ, ਇੱਕਦਮ ਵੱਧ ਕੇ ਹੁਣ $40,000 ਤੱਕ ਪਹੁੰਚ ਗਈ। ਕੱਲ੍ਹ ਕਹਿੰਦੇ ਇੰਨਾ ਡਿੱਗ ਗਿਆ, $200 ਬਿਲੀਅਨ। $200 ਬਿਲੀਅਨ ਦਾ ਇੱਕਦਮ ਇਹਦੇ ਵਿੱਚ ਆਇਆ, ਉਹ ਵਾਈਪ ਹੋ ਗਿਆ ਜੀ। ਸੋ ਜਿਹੜੀ ਇਹ ਅਨਕੰਟਰੋਲਡ ਕਰੰਸੀ ਹੈ, ਇਹਦੇ ਵਿੱਚ ਸਪੈਕੂਲੇਸ਼ਨ ਅਤੇ ਇਹਦੇ ਵਿੱਚ ਜਿਹੜੀ ਮੈਨੀਪੂਲੇਸ਼ਨਸ ਬਹੁਤ ਜ਼ਿਆਦਾ ਹੁੰਦੀਆਂ ਨੇ। ਅਤੇ ਦੂਜਾ ਸਿਕਿਉਰਿਟੀ ਦਾ ਵੀ ਇਸ਼ੂ ਬਣ ਗਿਆ ਇਹਨੂੰ ਲੈ ਕੇ ਡਾਕਟਰ ਸਾਹਿਬ, ਕਿਉਂਕਿ ਜਿਹੜੀਆਂ ਕਈ ਹੁਣ ਜਿਹੜੇ ਅੱਜ ਕੱਲ੍ਹ ਹੈਕਰ ਹੁਕਰ ਹੈਗੇ ਨੇ, ਜਦੋਂ ਜਿਹੜੇ ਫਰੋਡ ਵਾਲੀਆਂ ਕਾਲਾਂ ਆਉਂਦੀਆਂ ਨੇ, ਉਹ ਪੈਸੇ ਬਿਟਕੋਇਨ 'ਚ ਮੰਗਦੇ ਨੇ ਫਿਰ। ਨਹੀਂ, ਬਿਲਕੁਲ ਉਹ ਇੱਕ ਜਿਹੜੀ ਪੈਰਲਲ ਇਕੋਨਮੀ ਹੈ, ਜਿਹੜੀ ਇਲੀਗਲ ਇਕੋਨਮੀ ਹੈ, ਉਹਦੇ ਵਿੱਚ ਵੀ ਇਹਨਾਂ ਦਾ ਯੂਜ਼ ਹੋਣਾ ਸ਼ੁਰੂ ਹੋ ਗਿਆ ਹੈਗਾ। ਸੋ ਪਰ ਮੇਰੇ ਖਿਆਲ ਦੇ ਵਿੱਚ ਜੋ ਮੈਨੂੰ ਲੱਗ ਰਿਹਾ ਹੈਗਾ ਵੀ ਐਡੀ ਛੇਤੀ ਜਿਹੜੀਆਂ ਗੌਰਮੈਂਟਸ ਹੈਗੀਆਂ, ਆਪਣੀ ਇੱਕ ਮੋਨਟਰੀ ਪਾਲਿਸੀ ਬਹੁਤ ਵੱਡੀ ਪਾਲਿਸੀ ਹੈ, ਫਿਸਕਲ ਪਾਲਿਸੀ ਤਾਂ ਗੌਰਮੈਂਟ ਕੋਲ ਬਜਟ ਹੈ, ਪਰ ਇੱਕ ਉਹਦੇ ਪੈਰਲਲ ਜਿਹੜੀ ਮੋਨਟਰੀ ਪਾਲਿਸੀ ਹੈ, ਜਿਹੜਾ ਬੈਂਕ ਆਫ ਕੈਨੇਡਾ ਜਾਂ ਰਿਜ਼ਰਵ ਬੈਂਕ ਆਫ ਇੰਡੀਆ ਜਾਂ ਬੈਂਕ ਆਫ ਇੰਗਲੈਂਡ ਹੈ ਜੀ, ਇਹ ਇਸ ਤਰ੍ਹਾਂ ਆਪਣੀ ਜਿਹੜੀ ਪਾਵਰ ਹੈ ਛੇਤੀ ਕਿਤੇ ਛੱਡਣ ਨੂੰ ਤਿਆਰ ਨਹੀਂ ਗੇ ਜੀ। ਇਹ ਆਪਣੀਆਂ ਕ੍ਰਿਪਟੋ ਕਰੰਸੀਜ਼ ਲੈ ਆਉਣਗੇ ਜੇ ਬਹੁਤੀ ਇਸ ਚੀਜ਼ ਨੂੰ ਅਫੈਕਟ ਕਰਦੀ ਹੈ। ਸੋ ਜਿਹੜਾ ਕਾਰਪੋਰੇਟ ਵਰਲਡ ਆ ਉਹ ਚਾਹੁੰਦਾ ਹੈਗਾ ਵੀ ਅਸੀਂ ਸਰਕਾਰਾਂ ਤੋਂ ਖਹਿੜਾ ਛਡਾਈਏ, ਉਹ ਇਸ ਚੀਜ਼ ਨੂੰ ਪ੍ਰਮੋਟ ਕਰੂਗਾ ਵੀ ਸਰਕਾਰਾਂ ਅਸੀਂ ਆਪਦੇ ਹੱਥ ਦੇ ਵਿੱਚ ਲਈਏ ਵੀ ਕਰੰਸੀ ਨੂੰ ਕਿਸ ਤਰ੍ਹਾਂ ਕਰਨਾ ਹੈਗਾ ਜੀ। ਸੋ ਜਿਹੜੇ ਇਹ ਬਿਗ ਹਾਊਸਸ ਜਾਂ ਹੋਰ ਵੱਡੇ ਬੰਦੇ ਨੇ, ਉਹਨਾਂ ਦੀ ਕੋਸ਼ਿਸ਼ ਇਹ ਹੈ, ਪਰ ਮੇਰੇ ਖਿਆਲ ਦੇ ਵਿੱਚ ਇਹਦੇ ਲਈ ਹਾਲ 'ਤੇ ਬਹੁਤ ਲੰਬੇ ਸਮੇਂ ਦੀ ਗੱਲ ਹੈਗੀ, ਹੁੰਦਾ ਹੈ ਜਾਂ ਨਹੀਂ ਹੁੰਦਾ, ਜਾਂ ਸਰਕਾਰਾਂ ਇਸ ਨੂੰ ਕਿਸ ਤਰ੍ਹਾਂ ਲੈਂਦੀਆਂ ਨੇ। ਜੀ। ਅੱਛਾ ਡਾਕਟਰ ਸਾਹਿਬ, ਇੱਕ ਜੇ ਗੱਲ ਕਰੀਏ ਸਰਕੂਲੇਸ਼ਨ ਆਫ ਮਨੀ ਦੀ, ਹਾਂਜੀ, ਤਾਂ ਇੱਕ ਨਾ ਐਗਜ਼ਾਮਪਲ ਹੈ, ਮੈਨੂੰ ਯਾਦ ਹੈ ਜਿਸ ਦਿਨ ਅਸੀਂ ਪਹਿਲੇ ਦਿਨ ਇੱਕ ਦਿਨ ਇਸੇ ਵਿਸ਼ੇ 'ਤੇ ਮਾੜੀ ਜਿਹੀ ਡਿਸਕਸ਼ਨ ਕਰ ਰਹੇ ਸੀ, ਉਦੋਂ ਮੈਨੂੰ ਐਗਜ਼ਾਮਪਲ ਚੇਤੇ ਆਇਆ ਸੀ, ਮੈਂ ਉਹ ਸਾਂਝਾ ਕਰਨਾ ਚਾਹਾਂਗਾ ਫਿਰ ਤੋਂ। ਵੀ ਇੱਕ ਨਾ ਸ਼ਹਿਰ ਸੀ ਉੱਥੇ ਵੀਰਾਨ, ਉੱਥੇ ਰਿਸੈਸ਼ਨ ਇੰਨਾ ਬੁਰੀ ਤਰ੍ਹਾਂ ਆ ਗਿਆ ਵੀ ਹੁਣ ਕੋਈ ਉੱਥੇ ਆਉਂਦਾ ਨਹੀਂ ਸੀ ਘੁੰਮਣ ਫਿਰਨ ਨੂੰ। ਇੱਕ ਬੰਦਾ ਉੱਥੇ ਆਇਆ, ਹੋਟਲ ਦੇ ਵਿੱਚ ਉਹਨੇ ਰਹਿਣਾ ਸੀ, ਉਹ ਹੋਟਲ ਵਾਲੇ ਕੋਲ ਗਿਆ ਅਤੇ ਹੋਟਲ ਵਾਲਾ ਖੁਸ਼ ਹੋਇਆ ਵੀ ਚਲੋ ਫਾਈਨਲੀ ਕੋਈ ਗਾਹਕ 'ਤੇ ਆਇਆ, ਅਤੇ ਉਹਨੇ ਪੁੱਛਿਆ ਜੀ ਕੋਈ ਇੱਥੇ ਕਮਰਾ ਹੈ? ਕਹਿੰਦਾ ਜੀ ਕਮਰਾ ਸਾਰਾ ਹੋਟਲ ਹੀ ਖਾਲੀ ਹੈ, ਮਾਲਕੋ ਦੱਸੋ। ਕਹਿੰਦਾ ਫਿਰ ਐਂ ਕਰੋ ਵੀ ਮੈਂ ਆਪਣੀ ਮਰਜ਼ੀ ਨਾਲ ਦੇਖਦਾ ਕਿਹੜੇ ਕਮਰੇ ਦੇ ਵਿੱਚ ਮੈਂ ਰਹਿਣਾ। ਅਤੇ ਉਹ ਹੋਟਲ ਦਾ ਮਾਲਕ ਕਹਿੰਦਾ ਕੋਈ ਨਹੀਂ ਠੀਕ ਹੈ ਜੀ। ਕਹਿੰਦਾ ਫਿਰ ਐਂ ਕਰੋ $100 ਜਮ੍ਹਾਂ ਕਰਾ ਦਿਓ ਇੱਥੇ, ਅਤੇ ਤੁਸੀਂ ਜਾ ਕੇ ਸਾਰਾ ਹੋਟਲ ਚੈੱਕ ਕਰ ਲਓ। ਅਤੇ ਜਿਹੜਾ ਬੰਦਾ ਉਹ ਕਹਿੰਦਾ ਠੀਕ ਹੈ, ਨੋ ਪ੍ਰੋਬਲਮ, $100 ਦਿੰਦਾ। ਅਤੇ ਹੋਟਲ ਦਾ ਮਾਲਕ ਆਪਣੇ ਵਰਕਰ ਨੂੰ ਸੱਦਦਾ, ਕਹਿੰਦਾ ਜੀ ਐਂ ਕਰੋ ਆ ਬਾਊ ਜੀ ਨੂੰ ਲੈ ਜਾਓ ਅਤੇ ਇਹਨਾਂ ਨੂੰ ਸਾਰਾ ਹੋਟਲ ਦਿਖਾਓ, ਜਿਹੜਾ ਕਮਰਾ ਪਸੰਦ ਆਵੇ ਉੱਥੇ ਇਹ ਰਹਿ ਲੈਣਗੇ। ਅਤੇ ਉਹ ਬੰਦਾ ਜਾਂਦਾ ਆਪਣਾ ਹੋਟਲ ਦਾ ਮੁਆਇਨਾ ਕਰਨ ਵੀ ਕਿਹੜਾ ਕਮਰਾ ਲੈਣਾ। ਜਿਹੜਾ ਇਹ ਹੋਟਲ ਦਾ ਮਾਲਕ ਹੁੰਦਾ, ਇਹਨੇ ਆਪਣੇ ਇੱਕ ਸਪਲਾਇਰ ਦੇ ਪੈਸੇ ਦੇਣੇ ਹੁੰਦੇ ਨੇ, ਅਤੇ ਉਹਨੂੰ ਫੋਨ ਕਰਦਾ, ਕਹਿੰਦਾ ਬਾਈ ਤੂੰ ਮੇਰਾ ਬਹੁਤ ਬੁਰਾ ਹਾਲ ਕੀਤਾ ਹੋਇਆ, ਤੇਰੇ ਮੈਂ $100 ਦੇਣੇ ਨੇ, ਤੂੰ ਕਿੰਨੀ ਵਾਰ ਮੈਨੂੰ ਫੋਨ ਕਰ ਕਰਕੇ ਪੈਸੇ ਮੰਗੀ ਜਾਣਾ, ਫਟਾਫਟ ਆ ਆਪਣੇ ਪੈਸੇ ਲੈ ਜਾ। ਉਹਨਾਂ ਠਿਆਉਂਦਾ, $100 ਲੈ ਜਾਂਦਾ। ਜਿਹੜਾ ਉਹ ਬੰਦਾ ਹੁੰਦਾ, ਉਹਨੇ ਫਰਦਰ ਅੱਗੇ ਕਿਸੇ ਹੋਰ ਵਿਅਕਤੀ ਦੇ ਪੈਸੇ ਦੇਣੇ ਹੁੰਦੇ ਨੇ। ਉਹ ਕਹਿੰਦਾ ਯਾਰ ਤੂੰ ਮੈਨੂੰ ਮੇਰਾ ਜੀਣਾ ਦੁੱਭਰ ਕਰਤਾ, ਤੇਰੇ $100 ਮੈਂ ਦੇਣੇ ਸੀ, ਐਂ ਕਰ ਮੇਰੇ ਕੋਲ ਆ, ਆਪਣੇ $100 ਲੈ ਜਾ। ਉਹਨੇ ਅੱਗੇ ਆਪਣਾ ਕਰਜ਼ਾ ਲਾ ਤਾ $100 ਦੇ ਕੇ। ਜਿਹੜੇ ਉਸ ਫਰਦਰ ਬੰਦੇ ਨੂੰ $100 ਮਿਲੇ ਹੁੰਦੇ ਨੇ, ਉਹ ਵਪਾਰੀ ਹੁੰਦਾ ਲੋਕਲ, ਉਹਦਾ ਕੋਈ ਕਲਾਇੰਟ ਆਇਆ ਹੁੰਦਾ ਕੁਝ ਸਮੇਂ ਪਹਿਲਾਂ, ਕਿਉਂਕਿ ਰਿਸੈਸ਼ਨ ਦਾ ਦੌਰ ਹੁੰਦਾ, ਪੈਸੇ ਸਾਰਿਆਂ ਕੋਲ ਹੀ ਹੱਥ ਸਭ ਦਾ ਤੰਗ ਹੁੰਦਾ। ਜਦੋਂ ਉਹਦਾ ਕਲਾਇੰਟ ਆਇਆ ਹੁੰਦਾ, ਉਹਨੇ ਉਹਨੂੰ ਉਸੇ ਹੋਟਲ ਦੇ ਵਿੱਚ ਠਹਿਰਾਇਆ ਹੁੰਦਾ,
ਤੇ ਜਿਹੜਾ ਹੋਟਲ ਵਾਲਾ ਹੁੰਦਾ ਉਹਨੇ ਇਸ ਵਪਾਰੀ ਤੋਂ $100 ਲੈਣਾ ਹੁੰਦਾ। ਜਦੋਂ ਇਸ ਵਪਾਰੀ ਦਾ $100 ਇਹਦੇ ਕੋਲ ਆ ਜਾਂਦਾ, ਇਹ ਹੋਟਲ ਵਾਲੇ ਨੂੰ ਫੋਨ ਕਰਦਾ, ਕਹਿੰਦਾ ਮੇਰੀ ਗੱਲ ਸੁਣ ਯਾਰ, ਵੀ ਮਹੀਨੇ ਪਹਿਲਾਂ ਮੇਰਾ ਬੰਦਾ ਆਇਆ ਸੀ, ਇੱਕ ਮੇਰਾ ਕਲਾਇੰਟ ਆਇਆ ਸੀ, ਮੈਂ ਉਹਨੂੰ ਤੇਰੇ ਹੋਟਲ 'ਚ ਠਹਿਰਾਇਆ ਸੀ, ਅਤੇ ਉਸ ਤੋਂ ਬਾਅਦ ਤੂੰ ਮੇਰਾ ਜੀਣਾ ਮੁਹਾਲ ਕਰਤਾ, ਇਹ ਕਹਿ ਕੇ ਪੈਸੇ ਦੇ ਤੇਰੇ ਪੈਸੇ ਮੈਂ ਦੇਣ ਆ ਰਿਹਾ, ਉੱਥੇ ਹੀ ਰਹੀ। ਅਤੇ ਅੱਜ ਹੈ ਨਾ, ਅਤੇ ਜਾਂਦਾ ਉਹਨੂੰ $100 ਦੇ ਕੇ ਆਉਂਦਾ, ਕਹਿੰਦਾ ਅੱਜ ਤੋਂ ਬਾਅਦ ਮੈਨੂੰ ਪਰੇਸ਼ਾਨ ਨਾ ਕਰੀ। ਇੰਨੀ ਦੇਰ ਨੂੰ ਜਿਹੜਾ ਉਹ ਗਾਹਕ ਆਇਆ ਹੁੰਦਾ, ਜਿਹਨੇ ਕਿ ਉਹ ਜਿਹੜਾ ਮੁਆਇਨਾ ਕਰਨ ਗਿਆ ਹੁੰਦਾ ਸਾਰੇ ਹੋਟਲ ਦਾ, ਉਹ ਵਾਪਸ ਆ ਜਾਂਦਾ ਰਿਸੈਪਸ਼ਨ ਡੈਸਕ 'ਤੇ। ਉਹ ਕਹਿੰਦਾ ਯਾਰ ਤੇਰਾ ਹੋਟਲ ਨਹੀਂ ਮੈਨੂੰ ਪਸੰਦ ਆ, ਮੈਂ ਨਹੀਂ ਇੱਥੇ ਰਹਿਣਾ, ਮੇਰੇ ਪੈਸੇ ਮੋੜ ਦੇ। ਉਹਦੇ $100 ਉਹਨੂੰ ਵਾਪਸ ਕਰ ਦਿੰਦਾ। ਸੋ ਜਿਹਦੇ $100 ਸੀ ਮੁੜ ਘਿੜ ਕੇ ਉਹਦੀ ਜੇਬ 'ਚ ਆ ਗਏ, ਅਤੇ ਕਿੰਨਿਆਂ ਦਾ ਕਰਜ਼ਾ ਵੀ ਲੱਥ ਗਿਆ। ਦੇਖੋ ਵਿਜੇ, ਦੇਖੋ ਆਪਣੇ ਕਿਸੇ ਵੀ ਦੇਸ਼ ਦੇ ਵਿੱਚ ਜਾਂ ਵਰਲਡ ਇਕੋਨਮੀ ਜਾਂ ਲਾਈਏ ਆਪਾਂ, ਬਹੁਤ ਸਾਰੀਆਂ ਟ੍ਰਾਂਜੈਕਸ਼ਨ ਹੁੰਦੀਆਂ ਜੀ। ਜੇ ਆਪਾਂ ਇੱਕ ਟ੍ਰਾਂਜੈਕਸ਼ਨ ਨੂੰ ਇੱਕੋ ਵਾਰੀ ਪੈਸੇ ਨਾਲ ਕਰੀਏ ਤਾਂ ਬਹੁਤ ਵੱਡਾ ਕਰੰਸੀ ਦਾ ਅਮਾਊਂਟ ਚਾਹੀਦਾ ਹੈ, ਬਹੁਤ ਜ਼ਿਆਦਾ ਚਾਹੀਦਾ ਸਾਨੂੰ ਜੀ। ਸੋ ਹੁਣ ਦੇਖੋ ਕੈਨੇਡਾ ਦੇ ਵਿੱਚ $90 ਬਿਲੀਅਨ ਤੋਂ ਥੋੜ੍ਹੀ ਜਿਹੀ ਵੱਧ ਕਰੰਸੀ ਹੈ ਜਿਹੜੀ ਸਰਕੂਲੇਸ਼ਨ 'ਚ ਹੋ ਰਹੀ ਹੈ। ਸੋ ਉਹ ਇੱਕ ਨੋਟ ਆ ਜਿਹੜਾ ਹਰ ਰੋਜ਼ ਕਿੰਨੇ ਹੱਥ ਬਦਲਦਾ ਹੈ। ਆਪਣੇ ਕੋਲ $20 ਦਾ ਨੋਟ ਹੈ, ਮੈਂ ਕਿਸੇ ਨੂੰ ਦਿੱਤਾ, ਉਹ ਕਿਸੇ ਨੇ ਅੱਗੇ ਦਿੱਤਾ, ਉਸ ਤੋਂ ਅੱਗੇ ਦਿੱਤਾ, ਹੋ ਸਕਦਾ ਉਹ 15 ਹੱਥਾਂ ਦੇ ਵਿੱਚ ਜਾ ਕੇ ਵਾਪਸ ਮੇਰੇ ਕੋਲ ਹੀ ਆ ਜਾਏ ਉਸੇ ਦਿਨ ਹੀ ਜੀ। ਸੋ ਇਸ ਨੂੰ ਅਸੀਂ ਕਹਿੰਦੇ ਹਾਂ ਵੈਲੋਸਿਟੀ ਆਫ ਮਨੀ। ਅੱਛਾ ਜੀ, ਪੈਸੇ ਦੀ ਰਫ਼ਤਾਰ। ਪੈਸੇ ਦੀ ਰਫ਼ਤਾਰ ਫਿਜ਼ਿਕਸ ਤੋਂ ਲਿਆ ਗਿਆ ਕਨਸੈਪਟ ਹੈ। ਫਿਜ਼ਿਕਸ ਦੇ ਵਿੱਚ ਵੈਲੋਸਿਟੀ ਆਪਾਂ ਹਰ ਚੀਜ਼ ਦੀ ਮੈਜ਼ਰ ਕਰਦੇ ਹਾਂ। ਸੋ ਇਕੋਨੋਮਿਸਟਾਂ ਨੇ ਦੇਖਿਆ ਵੀ ਜਿੰਨੀ ਵੈਲੋਸਿਟੀ ਆਫ ਮਨੀ ਜ਼ਿਆਦਾ ਹੋਊਗੀ, ਹਾਂਜੀ, ਉਨੀ ਤੁਹਾਡੀ ਕਰੰਸੀ ਦੀ ਰਿਕੁਆਇਰਮੈਂਟ ਘੱਟ ਹੈ। ਰਾਈਟ। ਸੋ ਜਦੋਂ ਅਸੀਂ ਮੋਨਟਰੀ ਪਾਲਿਸੀ ਤੁਹਾਡਾ ਬੈਂਕ ਆਫ ਕੈਨੇਡਾ ਜਾਂ ਕੋਈ ਰਿਜ਼ਰਵ ਬੈਂਕ ਕਰਦਾ ਹੈ, ਤਾਂ ਉਹ ਦੇਖਦਾ ਵੀ ਕਿੰਨੀ ਕਰੰਸੀ ਇਕੋਨਮੀ ਦੇ ਵਿੱਚ ਚਾਹੀਦੀ ਹੈ। ਉਹ ਨਾਲ ਵੈਲੋਸਿਟੀ ਆਫ ਮਨੀ ਵੀ ਦੇਖਦਾ ਹੈ ਵੀ ਵੈਲੋਸਿਟੀ ਆਫ ਮਨੀ ਹੈ ਜਿਹੜੀ ਇਹ ਕਿੰਨੀ ਹੈ। ਜੇ ਵੈਲੋਸਿਟੀ ਆਫ ਮਨੀ ਵੱਧ ਗਈ ਹੈ ਤਾਂ ਫਿਰ ਉਹ ਕਰੰਸੀ ਘੱਟ ਵਧਾਊਗਾ। ਨਵੀਂ ਕਰੰਸੀ ਤਾਂ ਆਉਂਦੀ ਰਹਿੰਦੀ ਹੈ ਨਾ, ਕਿਉਂਕਿ ਸਾਡੀ ਐਕਸਚੇਂਜ ਵੱਧਦੀ ਜਾਂਦੀ ਹੈ। ਬਿਲਕੁਲ ਸਹੀ ਗੱਲ। ਕਿਸੇ ਵੇਲੇ $70 ਬਿਲੀਅਨ ਸੀ ਕੈਨੇਡੀਅਨ ਇਕੋਨਮੀ ਦੇ ਵਿੱਚ, $90 ਬਿਲੀਅਨ ਤੇ ਹੋ ਗਈ ਹੈ ਜੀ। ਤਾਂ ਉਹ ਕਿੰਨੀ ਵਧਾਉਣੀ ਹੈ, ਇਹ ਆਮ ਤੌਰ 'ਤੇ ਸਾਡਾ ਲਿੰਕ ਹੁੰਦਾ ਵੀ ਪ੍ਰੋਡਕਸ਼ਨ ਕਿੰਨੀ ਵਧੀ ਉਹਦੇ ਨਾਲ ਲਿੰਕ ਕੀਤੀ ਜਾਂਦੀ ਹੈ, ਕਿਉਂਕਿ ਆਫਟਰ ਆਲ ਤਾਂ ਤੁਸੀਂ ਐਕਸਚੇਂਜ ਤਾਂ ਕਮੋਡਿਟੀਜ਼ ਕਰਨੀਆਂ ਨੇ ਨਾ, ਚੀਜ਼ਾਂ ਕਰਨੀਆਂ ਨੇ। ਸੋ ਚੀਜ਼ਾਂ ਕਿੰਨੀਆਂ ਵੱਧ ਪੈਦਾ ਹੋਈਆਂ ਉਸ ਨੂੰ ਦੇਖ ਕੇ ਜਿਹੜੀ ਕਰੰਸੀ ਹੈ ਵਧਾਈ ਘਟਾਈ ਜਾਂਦੀ ਹੈ ਜੀ। ਜਾਂ ਇਕੋਨਮੀ ਦੇ ਵਿੱਚ ਇਨਫਲੇਸ਼ਨ ਜਾਂ ਡਿਪਰੈਸ਼ਨ ਨੇ ਉਸ ਨੂੰ ਦੇਖ ਕੇ ਕੀਤਾ ਜਾਂਦਾ ਹੈਗਾ। ਅਤੇ ਇਹਦੇ ਨਾਲ ਜੇ ਵੈਲੋਸਿਟੀ ਆਫ ਮਨੀ ਵੱਧਦੀ ਹੈ ਤਾਂ ਫਿਰ ਘੱਟ ਵਧਾਈ ਜਾਂਦੀ ਹੈ ਜੀ। ਸੋ ਜਿਹੜੇ ਆਪਾਂ ਹੁਣ ਜਿਹੜੀ ਗੱਲ ਕਰ ਰਹੇ ਸੀ ਪਹਿਲਾਂ ਵੀ ਕ੍ਰੈਡਿਟ ਕਾਰਡਸ ਹੋਏ ਜਾਂ ਇਲੈਕਟ੍ਰੋਨਿਕ ਮਨੀ ਹੋਈ, ਉਹਨੇ ਮਨੀ ਦੀ ਰਫ਼ਤਾਰ ਵਧਾ ਦਿੱਤੀ, ਵੈਲੋਸਿਟੀ ਵੱਧ ਗਈ। ਬਿਲਕੁਲ ਵਧਾ ਦਿੱਤੀ ਉਹਨਾਂ ਨੇ ਜੀ। ਉਹ ਭਾਵੇਂ ਬੈਂਕ ਦੇ ਵਿੱਚ ਸਟੋਰ 'ਚ ਹੀ ਪਏ ਰਹਿਣ, ਬੈਂਕ ਦੇ ਲੋਕਰ 'ਚ ਹੀ ਪਏ ਰਹਿਣ ਪੈਸੇ ਆ ਜਿਹੜੇ ਤੁਹਾਡੇ, ਹਾਂਜੀ, ਸੇਫ ਦੇ ਵਿੱਚ ਹੀ ਪਏ ਰਹਿਣ, ਪਰ ਉਹਦੀ ਜਿਹੜੀ ਬਾਹਰ ਕਰੰਸੀ ਦੀ ਰਫ਼ਤਾਰ ਹੈ ਕ੍ਰੈਡਿਟ ਕਾਰਡਾਂ ਦੇ ਰਾਹੀਂ ਉਹ ਵੱਧ ਚੁੱਕੀ ਹੈ। ਨਹੀਂ ਤਾਂ ਪਹਿਲਾਂ ਲੈਟਸ ਸੇ ਤੁਹਾਨੂੰ ਤਨਖਾਹ ਮਿਲੀ, ਚੈੱਕ ਮਿਲਿਆ, ਚੈੱਕ ਤੁਹਾਨੂੰ ਕੱਟ ਕੇ ਦਿੱਤਾ ਗਿਆ, ਤੁਸੀਂ ਉਹਨੂੰ ਜੇਬ 'ਚ ਰੱਖਿਆ, ਤੁਸੀਂ ਬੈਂਕ ਨਹੀਂ ਜਾ ਸਕੇ, ਬੈਂਕ ਬੰਦ ਹੋ ਗਿਆ, ਤੁਹਾਨੂੰ ਫਰਾਈਡੇ ਨੂੰ ਚੈੱਕ ਮਿਲਿਆ, ਤੁਸੀਂ ਵੈਨਸਡੇ ਜਾ ਕੇ ਜਮ੍ਹਾਂ ਕਰਾਇਆ। ਬਿਲਕੁਲ ਬਿਲਕੁਲ। ਹਾਂ, ਕਿੱਥੇ ਹੁਣ ਉਹ ਨਾਲ ਦੀ ਨਾਲ ਤੁਸੀਂ ਬੈਠੇ ਹੁੰਦੇ ਹੋ, ਈ ਟ੍ਰਾਂਸਫਰ ਹੋ ਗਿਆ। ਨਹੀਂ, ਤੁਸੀਂ ਘਰ ਬੈਠੇ ਵੀ ਕਰ ਸਕਦੇ ਹੋ, ਘਰ ਬੈਠੇ ਕਰ ਸਕਦੇ, ਹਾਂ, ਡਿਪੋਜ਼ਿਟ ਕਰ ਲਓ। ਜਿੱਥੇ ਅੱਗੇ ਤੁਹਾਨੂੰ ਜਿਹੜੀ ਟ੍ਰਾਂਜੈਕਸ਼ਨ ਕਰਨ ਲਈ ਬੈਂਕ ਜਾਣਾ ਪੈਂਦਾ ਸੀਗਾ, ਜਾਂ ਜਿੱਥੇ ਜਾਂਦੇ, ਹੁਣ ਤਾਂ ਤੁਸੀਂ ਕੋਈ ਚੀਜ਼ ਲੈਣੀ ਹੈ, ਚੀਜ਼ ਵੀ ਤੁਹਾਡੇ ਘਰ ਆ ਜਾਣੀ ਹੈ, ਤੁਸੀਂ ਪੇਮੈਂਟ ਵੀ ਔਨਲਾਈਨ ਕਰ ਦੇਣੀ ਹੈਗੀ। ਸੋ ਰਫ਼ਤਾਰ ਹੈ ਜਿਹੜੀ ਕਰੰਸੀ ਦੀ ਬਹੁਤ ਜ਼ਿਆਦਾ ਵੱਧ ਗਈ ਹੈ। ਸੋ ਇਸ ਰਫ਼ਤਾਰ ਦਾ ਓਵਰਆਲ ਜੇ ਦੇਖਿਆ ਜਾਵੇ, ਜਿਹੜੀ ਐਫੀਸ਼ੀਐਂਸੀ ਹੈ ਸਿਸਟਮ ਦੇ ਵਿੱਚ, ਜਿਹੜੀ ਰਿਕੁਆਇਰਮੈਂਟ ਆਫ ਫਿਜ਼ੀਕਲ ਮਨੀ ਹੈ, ਬਿਲਕੁਲ ਉਹ ਘੱਟ ਗਈ, ਉਹ ਬਿਲਕੁਲ ਘੱਟ ਚੁੱਕੀ ਹੈ। ਰਿਕੁਆਇਰਮੈਂਟ ਆਫ ਫਿਜ਼ੀਕਲ ਮਨੀ ਹੈ। ਨਹੀਂ ਤਾਂ ਜੇ ਅਸੀਂ ਲਾਈਏ ਵੀ 1935 ਦੇ ਵਿੱਚ ਜਦੋਂ ਅਸੀਂ ਮਨੀ ਸ਼ੁਰੂ ਕੀਤਾ ਹੈਗਾ 30s ਦੇ ਵਿੱਚ, ਜੇ ਉਸ ਹਿਸਾਬ ਦੇ ਉੱਤੇ ਮਨੀ ਸਾਨੂੰ ਬਹੁਤ ਚਾਹੀਦਾ ਸੀਗਾ। ਇਹਨਾਂ ਚੀਜ਼ਾਂ ਨੇ ਇਹ ਫੈਸਿਲੀਟੇਟ ਵੀ ਕਰਤਾ, ਪਰ ਇਹਦੇ ਨਾਲ ਪ੍ਰੋਬਲਮਸ ਵੀ ਆਈਆਂ ਨੇ। ਕੁਝ ਕੰਟਰੀ ਹੈਗੀਆਂ ਪ੍ਰੋਬਲਮਸ ਇਹਨਾਂ ਦੀਆਂ, ਜਦੋਂ ਅਸੀਂ ਇਸ ਤਰ੍ਹਾਂ ਦੀ ਵਧਾਉਂਦੇ ਹਾਂ ਜੀ। ਅਤੇ ਕਰਜ਼ਾਦਾਰੀ ਬਹੁਤ ਵੱਧ ਗਈ ਹੈ ਲੋਕਾਂ ਦੀ, ਕਿਉਂਕਿ ਇੱਕ ਬੁੱਕ ਆਈ ਹੈ ਕ੍ਰੈਡਿਟ ਕਾਰਡ ਨੇਸ਼ਨ ਅਮਰੀਕਾ ਦੇ ਬਾਰੇ ਜੀ, ਜਿਹਦੇ ਵਿੱਚ ਲਿਖਿਆ ਉਹਨਾਂ ਨੇ ਵੀ ਕ੍ਰੈਡਿਟ ਕਾਰਡ ਨੇ ਕਿੰਨੇ ਲੋਕ ਆ ਜਿਹੜੇ ਉਹਨਾਂ ਦੇ ਜੇਬ ਦੇ ਵਿੱਚ ਪੈਸੇ ਹੀ ਨਹੀਂ ਰਹਿਣ ਦਿੱਤਾ ਜੀ। ਅੱਛਾ, ਇੱਕ ਇਹ ਵੀ ਦੱਸਿਓ ਸਰ ਵੀ ਜਿਹੜੇ ਸਾਡੇ ਬਿਲਸ ਨੇ ਕੈਨੇਡਾ ਵਾਲੇ, ਕੁਝ ਸਾਲ ਪਹਿਲਾਂ, 10 ਸਾਲ ਪਹਿਲਾਂ ਤੋਂ, 10-12 ਸਾਲ ਤੋਂ ਪੋਲੀਮਰ ਦੇ ਬਿਲਸ ਆ ਗਏ ਨੇ, ਕਿਉਂਕਿ ਇਹ ਹੁਣ ਛੇਤੀ ਕਿਤੇ ਖ਼ਰਾਬ ਨਹੀਂ ਹੁੰਦੇ, ਫਟਦੇ ਨਹੀਂ। ਸੋ ਜਿਹੜੀ ਰਿਕੁਆਇਰਮੈਂਟ ਆਫ ਪ੍ਰਿੰਟਿੰਗ ਕਰੰਸੀ ਸੀਗੀ ਉਹ ਵੀ ਹੁਣ ਘੱਟ ਗਈ ਹੈ। ਨਹੀਂ ਤਾਂ ਪਹਿਲਾਂ ਜਦੋਂ ਪੈਸਾ ਕੋਈ ਨੋਟ ਫਟ ਜਾਂਦਾ ਸੀ, ਰਿਪਲੇਸਮੈਂਟ ਕਰੰਸੀ ਵੀ ਖਾਸੀ ਪਬਲਿਸ਼ ਕਰਨੀ ਪੈਂਦੀ ਹੋਣੀ। ਹਾਂ, ਉਹ ਕਰਨੀ ਪੈਂਦੀ ਸੀ, ਪਰ ਹੁਣ ਜਿਹੜਾ ਜਦੋਂ ਆ ਗਿਆ ਇਹ ਬੜਾ ਅੱਛਾ ਸਿਸਟਮ ਆ ਗਿਆ, ਹੁਣ ਰਿਪਲੇਸਮੈਂਟ ਦੀ ਬਹੁਤੀ ਲੋੜ ਨਹੀਂ ਪੈਂਦੀ ਗੀ ਜੀ। ਸੋ ਅੱਗੇ ਕੀ ਹੁੰਦਾ ਸੀ, ਉਹਦੇ ਬਾਰੇ ਇਹ ਵੀ ਨਹੀਂ ਪਤਾ ਲੱਗਦਾ ਸੀ ਵੀ ਕੁਛ ਕਰੰਸੀ ਖਤਮ ਹੋ ਜਾਂਦੀ ਸੀ ਅਤੇ ਬੈਂਕ ਨੂੰ ਪਤਾ ਹੀ ਨਹੀਂ ਹੁੰਦਾ ਸੀ ਵੀ ਖਤਮ ਹੋ ਚੁੱਕੀ ਆ ਉਹ। ਰਾਈਟ। ਜਿਵੇਂ ਕਿਸੇ ਕੋਲ $5 ਦਾ ਨੋਟ ਖਤਮ ਹੋ ਗਿਆ, ਉਹਨੇ ਨਾ ਦੱਸਣ ਜਾਣਾ ਬੈਂਕ ਨੂੰ, ਨਾ ਕੁਛ ਕਰਨ ਜਾਣਾ, ਰਾਈਟ, ਉਹ ਪਤਾ ਨਹੀਂ ਲੱਗਦਾ ਸੀ ਜੀ। ਸੋ ਹੁਣ ਜਿਹੜੀ ਪੋਲੀਮਰ ਕਰੰਸੀ ਆ ਗਈ ਹੈਗੀ, ਇਹਦੇ ਨਾਲ ਜਿਹੜਾ ਬਹੁਤ ਫਾਇਦਾ ਹੋਇਆ ਹੈਗਾ, ਤਾਂ ਕਿ ਬੈਂਕ ਕੋਲ ਬਿਲਕੁਲ ਪੂਰੀ ਨੌਲੇਜ ਹੁੰਦੀ ਹੈ ਵੀ ਟੋਟਲ ਕਰੰਸੀ ਕਿੰਨੀ ਸਰਕੂਲੇਟ ਕਰ ਰਹੀ ਹੈ ਜੀ। ਡਾਕਟਰ ਸਾਹਿਬ, ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ, ਪਰ ਮੈਨੂੰ ਪਤਾ ਲਾਸਟ ਗੱਲ ਇੰਟਰਸਟਿੰਗ ਕਰਨੀ ਚਾਹੁੰਦਾ ਹੈ ਵੀ ਆਮ ਤੌਰ 'ਤੇ ਲੋਕ ਆਪਾਂ ਕਹਿ ਦਿੰਦੇ ਵੀ $1 ਮਿਲੀਅਨ, $1 ਬਿਲੀਅਨ ਜਿਹੜਾ ਬੜੀ ਇੰਟਰਸਟਿੰਗ ਦੇਖ
ਦੇਖੋ ਜੇ ਤੁਹਾਡੇ ਕੋਲ $1 ਮਿਲੀਅਨ ਹੈ ਤੇ ਤੁਸੀਂ $5000 ਹਰ ਰੋਜ਼ ਖਰਚ ਕਰਦੇ ਹੋ ਜੀ, ਕਿੰਨੇ ਦਿਨ ਚੱਲੇਗਾ ਤੁਹਾਡੇ ਕੋਲ ਇਹ? ਜੇ $1 ਮਿਲੀਅਨ ਤੁਸੀਂ ਹੈਗਾ 5000 ਜੇ ਰੋਜ਼ ਖਰਚ ਕੀਤਾ ਤਾਂ ਤੁਹਾਡੇ ਕੋਲ 200 ਦਿਨ ਚੱਲੇ। 200 ਦਿਨ ਬਿਲਕੁਲ 6 ਮਹੀਨਿਆਂ ਤੋਂ 6.5 ਮਹੀਨੇ ਤਕਰੀਬਨ ਇਹ ਚੱਲੇਗਾ ਜੀ। ਪਰ ਜੇ ਹੁਣ ਇਹਦੇ ਮੁਕਾਬਲੇ 'ਚ ਆਪਾਂ ਬਿਲੀਅਨ ਨੂੰ ਦੇਖੀਏ, ਹਾਂਜੀ, ਬਿਲੀਅਨ ਕਿੱਡਾ ਹੈ ਜੀ, ਤਾਂ ਬਿਲੀਅਨ 547 ਸਾਲ ਚੱਲੂਗਾ ਜੇ ਤੁਸੀਂ 5000 ਹਰ ਰੋਜ਼ ਖਰਚ ਕਰੋ ਤਾਂ। ਉਹ ਬੱਲੇ ਬੱਲੇ। ਸੋ ਜਿਹੜਾ ਬਿਲੀਅਨਰਸ ਨੇ ਜਿਹੜੇ ਲਾਲਚ ਦੇ ਵਿੱਚ ਪਏ ਹੋਏ, ਜੇ $1 ਬਿਲੀਅਨ ਵੀ ਤੁਹਾਡੇ ਕੋਲ ਹੈ ਤਾਂ ਤੁਸੀਂ 547 ਸਾਲ ਹਰ ਸਾਲ $5000 ਵੀ ਖੜਾ, ਹਰ ਸਾਲ ਕਿ ਹਰ ਰੋਜ਼? ਹਰ ਰੋਜ਼ 5000, ਹਰ ਰੋਜ਼ $5000 ਵੀ ਖਰਚ ਕਰੋ ਜੀ, ਤਾਂ ਵੀ ਤੁਹਾਡੇ ਕੋਲ ਜਿਹੜੇ ਪੈਸੇ $1 ਬਿਲੀਅਨ ਫੇਰ ਮੁੱਕੂਗਾ 547 ਸਾਲਾਂ ਤੋਂ ਵੀ ਵੱਧ ਸਮੇਂ 'ਚ। ਅੱਛਾ, ਹੁਣ ਦੇਖੋ ਜਿਹੜੇ ਇਹ ਅੰਕੜੇ ਨੇ ਨਾ, ਅਸੀਂ ਇੰਡੀਆ ਜਦੋਂ ਗਿਣਦੇ ਸੀ ਲੱਖ, ਕਰੋੜ, ਅਰਬ, ਖਰਬ, ਉਹਦੇ 'ਚ ਗੱਲ ਹੁੰਦੀ ਸੀ। ਇੱਥੇ ਜਦੋਂ ਆ ਕੇ ਉਹ 100,000 ਮਿਲੀਅਨ, ਫਿਰ 10 ਮਿਲੀਅਨ ਤੇ ਬਿਲੀਅਨ, ਇੱਥੇ ਲੱਖਾਂ ਕਰੋੜਾਂ ਦੀ ਗੱਲ ਨਹੀਂ ਹੁੰਦੀ। ਬਸ ਉਹ ਇੰਡੀਅਨਾਈਜ਼ ਕੀਤਾ ਹੋਇਆ ਸੀਗਾ ਉਸ ਨੂੰ ਆਪਣੀ ਭਾਸ਼ਾ ਦੇ ਵਿੱਚ ਜੀ। ਇਹ ਇੱਧਰਲਾ ਸਿਸਟਮ ਸੀਗਾ ਬ੍ਰਿਟਿਸ਼ ਵਾਲਾ ਜਿਹੜਾ ਸੀ। ਹਾਂਜੀ, ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਪੈਸ਼ਲੀ ਮੇਰੇ ਖਿਆਲ ਬਹੁਤ ਸਾਰੇ ਲੋਕਾਂ ਨੂੰ ਹੁਣ ਉਹ ਮੋਟੀਵੇਸ਼ਨ ਹੋ ਜਾਏਗੀ ਕਿ ਜੇ ਬਿਲੀਅਨਰ ਬਣ ਵੀ ਗਏ ਤਾਂ 547 ਸਾਲ ਤਾਂ ਜੀਣਾ ਨਹੀਂ ਕਿਸੇ ਨੇ। ਸੋ ਇਸ ਕਰਕੇ ਪੈਸੇ ਪਿੱਛੇ ਦੌੜੀਏ ਨਾ। 5-6 ਜਨਰੇਸ਼ਨਸ ਲਈ ਤਾਂ $1 ਬਿਲੀਅਨ ਬਹੁਤ ਹੈ। ਡਾਕਟਰ ਸਾਹਿਬ, ਥੈਂਕ ਯੂ ਵੈਰੀ ਮਚ।